गुरमुख प्यारियों करो फिर शुरू। वाहिगुरू 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 वाहिगुरू
ਸਹਿਜ ਦੇ ਵਿੱਚ ਸਹਿਜ ਦੇ ਵਿੱਚ ਗੁਰੂ ਵਾਹਿਗੁਰੂ 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 ਵਾਹਿਗੁਰੂ। ਹੁਣ ਆਪਾਂ ਥੋੜਾ ਜਿਹਾ ਹੋਰ ਸਹਿਜ ਦੇ ਵਿੱਚ ਜਾ ਕੇ ਆਵਾਜ਼ਾਂ ਮਾਰਾਂਗੇ। ਜਿਵੇਂ ਇੱਕ ਦਰ ਤੇ ਬਹਿ ਕੇ ਕੂਕਦਾ ਹੁੰਦੇ ਆ ਨਾ ਭਿਖਾਰੀ, ਆਪਾਂ ਐਦਾਂ ਕੂਕਣਾ ਹੈ ਉਸ ਦੇ ਦਰ ਤੇ ਬਹਿ ਕੇ। ਹੁਣ ਆਪਾਂ ਲੰਮੀ ਲੰਮੀ ਆਵਾਜ਼ ਦੇ ਵਿੱਚ ਕੂਕਾਂਗੇ ਦਰ ਤੇ ਬਹਿ ਕੇ। ਹੋ ਸਕਦਾ ਮੇਰਾ ਮਾਲਕ ਸਾਡੀ ਆਵਾਜ਼ ਨੂੰ ਸੁਣ ਲਵੇ। ਪਾਤਸ਼ਾਹ ਕਹਿ ਰਹੇ ਹੈ, ਜੇ ਦਰ ਮੰਗਤ ਕੂਕ ਕਰੈ ਤਾਂ ਮਹਿਲੀ ਖਾਸਮ ਸੁਣੈ। ਤਾਂ ਮਹਿਲਾਂ ਦੇ ਵਿੱਚ ਖਸਮ ਸੁਣ ਲੈਂਦਾ ਸਾਡੀ ਆਵਾਜ਼ ਨੂੰ। ਇਹਦੀ ਘੱਟ ਕਰੋ, ਥੋੜਾ ਘੱਟ ਕਰ ਦਿਓ। ਅਤੇ ਥੋੜਾ ਜਿਹਾ ਲੰਮੀ ਆਵਾਜ਼ ਦੇ ਨਾਲ ਬੋਲਾਂਗੇ। ਗੁਰਮੁਖ ਪਿਆਰਿਆਂ ਨੇ ਸਾਰਿਆਂ ਨੇ ਦਾਸ ਦੇ ਨਾਲ ਪੁਕਾਰਨਾ ਜੀ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖੋ ਇਹਨੂੰ ਥੋੜ੍ਹਾ ਜਿਹਾ ਡਾਊਨ ਕਰ ਦਿਓ, ਘੱਟ ਜਾਂ ਬੰਦ ਹੀ ਕਰ ਦਿਓ। ਇਸ ਨੂੰ ਮੈਂ ਗਰਮੀ 'ਚ ਹੀ ਸਾਰ ਲੂੰਗਾ, ਆਨੰਦ ਨਹੀਂ ਆ ਰਿਹਾ ਹੈਗਾ ਇਸ ਨੂੰ। ਹਾਂ ਕੂਲਰ ਨੂੰ ਆਵਾਜ਼ ਕਰ ਰਿਹਾ ਇਹ। ਇੱਕ ਇੰਜਣ ਦਾ ਸ਼ੋਰ ਹੈ, ਇੱਕ ਇਹਦਾ ਸ਼ੋਰ ਹੋ ਗਿਆ। ਚਲੋ ਆਪਾਂ ਹੁਣ ਵਿਚਾਰ ਕਰ ਰਹੇ ਸੀ ਕਿ ਸਾਡੇ ਮਨ ਨੂੰ ਮੈਲ ਲੱਗੀ ਹੋਈ ਹੈ। ਅਸੀਂ ਤੀਰਥਾਂ 'ਤੇ ਜਾਂਦੇ ਹਾਂ ਅਤੇ ਹਰ ਰੋਜ਼ ਅੰਮ੍ਰਿਤ ਵੇਲੇ ਵੀ ਅਸੀਂ ਆਪਣੇ ਤਨ ਦੀ ਮੈਲ ਲਾਉਣ ਦਾ ਯਤਨ ਕਰਦੇ ਹਾਂ ਗੁਰਮੁਖੋ। ਪਰ ਜਦੋਂ ਆਪਾਂ ਸਾਹਿਬਾਂ ਨਾਲ ਵਿਚਾਰ ਕਰਾਂਗੇ, ਮੇਰੇ ਸਾਹਿਬਾਂ ਆਪਾਂ ਨੂੰ ਸਮਝਾਉਣਾ ਕਰਦੇ ਹੈ ਕਿ ਪੁੱਤਰ ਤੇਰੇ ਤਨ ਨੂੰ ਮੈਲ ਨਹੀਂ ਲੱਗੀ, ਤੇਰਾ ਤਨ ਤੇ ਸਾਫ਼ ਹੈ। ਤਨ ਦੀ ਤੇ ਰੋਜ਼ 24 ਘੰਟਿਆਂ ਬਾਅਦ ਤੂੰ ਸਾਫ਼ ਕਰ ਹੀ ਲੈਣਾ। ਮੈਲ ਕਿਹਨੂੰ ਲੱਗੀ ਹੈ? ਮੈਲ ਗੁਰਮੁਖ ਪਿਆਰਿਓ ਆਪਣੇ ਮਨ ਨੂੰ ਲੱਗੀ ਹੈ, ਮਨ ਨੂੰ। ਅਸੀਂ ਮਨ ਦੀ ਮੈਲ ਨੂੰ ਉਤਾਰਨ ਦਾ ਕਦੇ ਕੋਈ ਯਤਨ ਨਹੀਂ ਕੀਤਾ। ਪਰ ਮੇਰੇ ਸਾਹਿਬਾਂ ਕਹਿੰਦੇ ਆ ਜੇ ਤੂੰ ਸੰਗਤ ਕਰ ਲਵੇਂਗਾ ਤਾਂ ਸੰਗਤ ਦੇ ਵਿੱਚ ਇਸ ਮਨ ਦੀ ਮੈਲ ਨੂੰ ਉਤਾਰਿਆ ਜਾ ਸਕਦਾ। ਹੁਣ ਆਪਾਂ ਪਹਿਲਾਂ ਮੇਰੇ ਸਾਹਿਬਾਂ ਨਾਲ ਇੱਕ ਦੋ ਵਚਨ ਕਰਾਂਗੇ ਕਿ ਅਸੀਂ ਤੇ ਕੋਈ ਮਿੱਟੀ ਘੱਟੇ ਦਾ ਕੰਮ ਨਹੀਂ ਕਰਦੇ। ਸਾਡੇ ਮਨ ਨੂੰ ਮੈਲ ਕਿੱਥੋਂ ਲੱਗੀ ਹੈ? ਪਹਿਲਾਂ ਮੇਰੇ ਫੈਨਸ਼ਾਹ ਥੋੜ੍ਹਾ ਜਿਹਾ ਇਹ ਸਮਝਾਉਣਾ ਕਰੋ ਕਿ ਸਾਡੇ ਮਨ ਨੂੰ ਮੈਲ ਕਿੱਥੋਂ ਲੱਗੀ ਹੈ। ਅਸੀਂ ਤੇ ਸਾਫ਼ ਸੁਥਰੇ ਹਾਂ ਗੁਰਮੁਖ ਪਿਆਰਿਓ। ਜਦੋਂ ਫਿਰ ਸਾਹਿਬਾਂ ਨੂੰ ਪੁੱਛਾਂਗੇ ਨਾ ਤਾਂ ਸਾਹਿਬਾਂ ਨੇ ਜ਼ਰੂਰ ਦੱਸ ਦੇਣਾ। ਸਾਹਿਬਾਂ ਕਹਿੰਦੇ ਤੇਰੇ ਮਨ ਨੂੰ ਮੈਲ ਇਸ ਜਨਮ ਦੀ ਨਹੀਂ ਇਕੱਲੇ ਦੀ ਲੱਗੀ, ਤੇਰੇ ਜਾਂ ਮਨ ਨੂੰ ਮੈਲ ਪਿਛਲੇ ਜਨਮਾਂ ਤੋਂ ਚੱਲੀ ਆ ਰਹੀ ਹੈ। ਪਾਤਸ਼ਾਹ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ। ਕਹਿੰਦੇ ਜਨਮਾਂ ਜਨਮੰਤਰਾਂ ਦੀ ਮੈਲ ਲੱਗੀ ਹੋਈ ਹੈ। ਕਿੰਨੀ ਲੱਗੀ ਹੈ? ਪਾਤਸ਼ਾਹ ਕਹਿੰਦੇ ਕਾਲਾ ਹੋ ਗਿਆ, ਕਾਲਾ। ਜਦੋਂ ਆਪਾਂ ਇੱਕ ਦੂਜੇ ਨਾਲ ਵਿਚਾਰ ਕਰਦੇ ਹਾਂ, ਸਹਿ ਸੁਭਾ ਕਹਿ ਦਿੰਦੇ ਹਾਂ ਕਿ ਮੇਰਾ ਤੇ ਮਨ ਬੜਾ ਸਾਫ਼ ਹੈ। ਪਰ ਜਦੋਂ ਸਾਹਿਬਾਂ ਨੂੰ ਪੁੱਛਦੇ ਹਾਂ, ਸਾਹਿਬਾਂ ਕਹਿੰਦੇ ਤੇਰਾ ਮਨ ਤੇ ਕਾਲਾ ਹੈ, ਕਾਲਾ। ਅਤੇ ਕਾਲਾ ਕਹਿ ਕੇ ਬਸ ਨਹੀਂ ਕੀਤੀ ਗੁਰਮੁਖੋ। ਕਾਲਾ ਵੀ ਪਾਤਸ਼ਾਹ ਕਹਿੰਦੇ ਸ਼ਾਹ ਕਾਲਾ, ਕਾਲਾ ਵੀ ਕਹਿੰਦੇ ਸ਼ਾਹ ਕਾਲਾ ਹੈ। ਫਿਰ ਉਸ ਕਾਲੇ ਮਨ ਦੀ ਮੈਲ ਨੂੰ ਉਤਾਰਨ ਦੇ ਲਈ ਜਦੋਂ ਅਸੀਂ ਪੁੱਛਾਂਗੇ ਮੇਰੇ ਪਾਤਸ਼ਾਹ ਤੀਰਥਾਂ 'ਤੇ ਜਾ ਕੇ ਮਨ ਦੀ ਮੈਲ ਉਤਰ ਜਾਣੀ ਹੈ? ਪਾਤਸ਼ਾਹ ਕਹਿੰਦੇ ਨਹੀਂ। ਤੀਰਥਾਂ 'ਤੇ ਜਾ ਕੇ ਤੂੰ ਤਨ ਦਾ ਇਸ਼ਨਾਨ ਕਰਦਾ, ਕਦੇ ਤਾਂ ਕੋਸ਼ਿਸ਼ ਨਹੀਂ ਕੀਤੀ ਕਿ ਮਨ ਦੀ ਮੈਲ ਕਿੱਥੋਂ ਉਤਰੂਗੀ। ਗੁਰਮੁਖੋ ਮਨ ਦੀ ਮੈਲ ਉਤਰੇਗੀ ਵਾਹਿਗੁਰੂ ਵਾਹ। ਹੋਰ ਘੱਟ ਕਰੋ, ਹੋਰ ਘੱਟ ਕਰੋ। ਵਾਹਿਗੁਰੂ ਵਾਹ। ਠੀਕ ਹੈ, ਚਲੋ। ਮਨ ਦੀ ਮੈਲ ਕਿੱਥੋਂ ਉਤਰੇਗੀ? ਹੋਰ ਘੱਟ ਕਰੋ ਗੁਰਮੁਖੋ ਥੋੜ੍ਹੀ ਜਿਹੀ ਆਵਾਜ਼। ਵਾਹਿਗੁਰੂ। ਠੀਕ ਹੈ। ਪਾਤਸ਼ਾਹ ਨੂੰ ਪੁੱਛਦੇ ਹਾਂ ਕਿ ਪਾਤਸ਼ਾਹ ਸਾਡੇ ਮਨ ਨੂੰ ਮੈਲ ਲੱਗੀ, ਇੰਨਾ ਕੁ ਪਤਾ ਸਾਨੂੰ ਸਤ ਸੰਗਤ ਦੇ ਵਿੱਚੋਂ ਲੱਗ ਗਿਆ ਅਤੇ ਮਨ ਨੂੰ ਮਿਲਾਉਣ ਦੇ ਲਈ ਅਸੀਂ ਤੀਰਥਾਂ 'ਤੇ ਜਾ ਕੇ ਇਸ ਤਨ ਨੂੰ ਧੋ ਰਹੇ ਹਾਂ। ਪਾਤਸ਼ਾਹ ਕਹਿੰਦੇ ਤਨ ਧੋਤੇ ਮਨ ਅੱਛਾ ਨਾ ਹੋਏ। ਕਹਿੰਦੇ ਤਨ ਨੂੰ ਧੋਣ ਦੇ ਨਾਲ ਤੇਰਾ ਮਨ ਪਵਿੱਤਰ ਨਹੀਂ ਹੋਣਾ, ਤੇਰਾ ਮਨ ਸਾਫ਼ ਨਹੀਂ ਹੋਣਾ। ਪਾਤਸ਼ਾਹ ਇਹ ਦੁਨੀਆ ਜਾ ਰਹੀ ਹੈ, ਇਹ ਦੁਨੀਆ ਧੋਂਦੀ ਹੈ। ਮੇਰੇ ਸਾਹਿਬਾਂ ਕਹਿੰਦੇ ਇਹ ਭਰਮ ਦੇ ਵਿੱਚ ਨੇ, ਇਹ ਭੁਲੇਖੇ ਦੇ ਵਿੱਚ ਨੇ। ਤਨ ਧੋਤੇ ਮਨ ਅੱਛਾ ਨਾ ਹੋਏ,
ਇਹ ਜੱਗ ਭਰਮ ਭੁਲਾਇਆ। ਕਹਿੰਦੇ ਭਰਮ ਦੇ ਵਿੱਚ ਹੈ ਇਹ ਸਾਰਾ ਜੱਗ। ਫਿਰ ਕਿੱਦਾਂ ਉਤਰੇਗੀ ਗੁਰਮੁਖ ਪਿਆਰਿਓ? ਮਨ ਦੀ ਮੈਲ ਲਾਉਣ ਦੇ ਲਈ ਤੀਰਥਾਂ ਤੇ ਜਾਣ ਦੀ ਬਜਾਏ ਕਦੇ ਅੰਤਰਗਤ ਹੋ ਜਾਓ। ਸਾਡੇ ਅੰਦਰ ਇੱਕ ਸਰੋਵਰ ਬਣਿਆ, ਜਿਸ ਸਰੋਵਰ ਦੇ ਉੱਤੇ ਅਸੀਂ ਮਨ ਦਾ ਇਸ਼ਨਾਨ ਕਰਵਾਉਣਾ। ਵੈਸੇ ਬਾਹਰ ਆਪਾਂ ਪੜ੍ਹਦੇ ਸੁਣਦੇ ਦੇਖਦੇ ਹਾਂ ਉਹ ਸਰੋਵਰ ਹਰਿਮੰਦਰ ਸਾਹਿਬ ਦੇ ਵਿੱਚ ਹੈ, ਪਰ ਇੱਕ ਹਰਿਮੰਦਰ ਹੋਰ ਵੀ ਮੇਰੇ ਸਾਹਿਬਾਂ ਨੇ ਆਖੀ ਹੈ। ਉਹ ਕਹਿੰਦੇ ਹਰ ਮੰਦਰ ਇਹੋ ਸਰੀਰ ਹੈ। ਕਹਿੰਦੇ ਹਰਿਮੰਦਰ ਤੇਰਾ ਸਰੀਰ ਹੈ। ਇਸ ਹਰਿਮੰਦਰ ਦੇ ਵਿੱਚ ਇੱਕ ਅੰਮ੍ਰਿਤਸਰ ਸਰੋਵਰ ਬਣੇ ਹੈ, ਉਸ 'ਤੇ ਲੈ ਜਾ। ਇਸ ਕਰਕੇ ਮੇਰੇ ਸਾਹਿਬਾਂ ਕਹਿ ਰਹੇ ਹੈ, ਕਹਿੰਦੇ ਬਾਹਰ ਜਾਣ ਦੀ ਬਜਾਏ ਅੰਤਰਗਤ ਤੀਰਥ ਮਲ ਨਹਾਓ। ਕਹਿੰਦਾ ਜਿਹੜਾ ਤੇਰੇ ਅੰਤਰਗਤ ਤੀਰਥ ਹੈ ਉਸ ਤੀਰਥ ਦੇ ਉੱਤੇ ਮਨ ਦੀ ਮੈਲ ਲਾ ਲਓ। ਫਿਰ ਹੋਰ ਪੁੱਛਾਂਗੇ ਮੇਰੇ ਸਾਹਿਬਾਂ, ਹੋਰ ਸਮਝਾਉਣਾ ਕਰੋ, ਸਾਡੇ ਮਨ ਦੀ ਮੈਲ ਕਿੱਥਾਂ ਜਾਏਗੀ? ਪਾਤਸ਼ਾਹ ਕਹਿੰਦੇ ਫਿਰ ਸਿਮਰਨ ਸ਼ੁਰੂ ਕਰ ਦਿਓ। ਸਿਮਰਨ ਪ੍ਰਭ ਸਿਮਰਤ ਮਨ ਕੀ ਮਲ ਜਾਏ। ਕਹਿੰਦੇ ਸਿਮਰਨ ਕਰੋ, ਸਿਮਰਨ ਕਰਨ ਦੇ ਨਾਲ ਤੁਹਾਡੇ ਮਨ ਦੀ ਮੈਲ ਚਲੀ ਜਾਏਗੀ। ਅਤੇ ਇਹ ਵੀ ਮੇਰੇ ਸਾਹਿਬਾਂ ਨੇ ਕਹਿ ਦਿੱਤਾ, ਕੱਟ ਦਿਓ ਬੇਸ਼ੱਕ, ਮੇਰੇ ਸਾਹਿਬਾਂ ਨੇ ਕਹਿ ਦਿੱਤਾ ਕਿ ਜਿੰਨੀ ਦੇਰ ਗੁਰਮੁਖ ਪਿਆਰਿਓ ਆਪਣਾ ਮਨ ਨਿਰਮਲ ਨਹੀਂ ਹੁੰਦਾ, ਸਾਡਾ ਮਨ ਪਵਿੱਤਰ ਨਹੀਂ ਹੁੰਦਾ, ਸਾਡਾ ਮਿਲਾਪ ਨਹੀਂ ਹੋ ਸਕਦਾ, ਸਾਨੂੰ ਸੱਚਖੰਡ ਜਾਣ ਦੀ ਇਜਾਜ਼ਤ ਨਹੀਂ ਮਿਲਣੀ। ਕਿਉਂ? ਕਿਉਂਕਿ ਮੇਰਾ ਸਾਹਿਬ ਉਹ ਆਪ ਨਿਰਮਲ ਹੈ, ਉਹ ਆਪ ਪਵਿੱਤਰ ਹੈ। ਗੁਰਬਾਣੀ ਦੇ ਵਿੱਚ ਦਰਜ ਕਰ ਦਿੱਤਾ, ਸਾਹਿਬ ਮੇਰਾ ਨਿਰਮਲਾ ਨਿਰਮਲ ਮਿਲਿਆ ਜਾਏ। ਕਹਿੰਦੇ ਜੇ ਤੂੰ ਨਿਰਮਲ ਹੋਵੇਂਗਾ ਤਾਂ ਤੂੰ ਮਿਲ ਸਕਦਾ। ਮੇਰਾ ਮਾਲਕ ਨਿਰਮਲ ਹੈ ਗੁਰਮੁਖ ਪਿਆਰਿਓ। ਹੁਣ ਆਪਾਂ ਆਪਣੇ ਮਨ ਨੂੰ ਨਿਰਮਲ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਮਨ ਨੂੰ ਨਿਰਮਲ ਕਰਨ ਦੀ ਅਸੀਂ ਸ਼ੁਰੂਆਤ ਤੋਂ ਸੋਚਾਂਗੇ ਜਦੋਂ ਅਸੀਂ ਲੋਕ ਦੇ ਵਿੱਚੋਂ ਇਸ ਪਰਲੋਕ ਦੇ ਵਿੱਚ ਆਉਨੇ ਆ, ਜਾਂ ਲੋਕ ਦੇ ਵਿੱਚੋਂ ਪਰਲੋਕ ਦੇ ਵਿੱਚ ਜਾਂਦੇ ਆ। ਆਪਾਂ ਦੋ ਦੇਸ਼ਾਂ ਦੇ ਵਾਸੀ ਆ। ਇਸ ਵੇਲੇ ਆਪਾਂ ਲੋਕ ਦੇ ਵਿੱਚ ਬੈਠੇ ਆ ਅਤੇ ਸ਼ਾਮ ਨੂੰ ਸਾਰਿਆਂ ਨੇ ਇਸ ਲੋਕ ਨੂੰ ਛੱਡ ਕੇ ਪਰਲੋਕ ਦੇ ਵਿੱਚ ਚਲੇ ਜਾਣਾ। ਪਰ ਸੰਗਤ ਨੇ ਕਹਿਣਾ ਨਹੀਂ ਵੀਰ ਜੀ, ਅਸੀਂ ਤੇ ਆਪਣੇ ਬੈੱਡਾਂ ਤੇ ਹੁੰਨੇ ਆ, ਆਪਣੇ ਘਰ ਆਪਣੇ ਬੈੱਡ ਤੇ ਹੁੰਨੇ ਆ। ਗੁਰਮੁਖ ਪਿਆਰਿਓ, ਬੈੱਡ ਦੇ ਉੱਤੇ ਸਾਡਾ ਇਹ ਪੰਜ ਭੌਤਿਕ ਸਰੀਰ ਹੁੰਦਾ। ਆਪਾਂ ਕੌਣ ਆ? ਆਪਾਂ ਇਹ ਤਨ ਨਹੀਂ ਹੈਗੇ, ਆਪਾਂ ਇਹ ਸਰੀਰ ਨਹੀਂ ਹੈਗੇ, ਆਪਾਂ ਤੇ ਇਸ ਤਨ ਦੇ ਵਿੱਚ ਵਸਣ ਵਾਲਾ ਕੋਈ ਜੀਵ ਹੈ, ਜਿਸ ਨੂੰ ਗੁਰਬਾਣੀ ਦੇ ਵਿੱਚ ਮਨ ਆਖੇ ਹੈ। ਮਨ ਆਪਾਂ ਕੌਣ ਆ? ਮਨ ਆ ਆਪਾਂ ਰਾਤ ਨੂੰ ਜਿਉਂ ਹੀ ਸਮਾਂ ਹੋਣਾ ਇਸ ਤਨ ਨੂੰ ਛੱਡ ਕੇ, ਇਸ ਲੋਕ ਨੂੰ ਛੱਡ ਕੇ ਪਰਲੋਕ ਦੇ ਵਿੱਚ ਚਲੇ ਜਾਣਾ ਅਤੇ ਦਿਨ ਚੜ੍ਹਨਾ ਫਿਰ ਵਾਪਸ ਆ ਜਾਣਾ। ਇਸੇ ਕਰਕੇ ਮੇਰੇ ਸਾਹਿਬਾਂ ਨੇ ਆਖਿਆ ਕਿ ਦਿਨ ਤੇ ਰਾਤ ਦਾ ਖੇਲ ਹੈ। ਇਹ ਦਿਨ ਤੇ ਰਾਤ ਦਾ ਖੇਲ ਹੈ। ਦਿਵਸ ਰਾਤ ਦੋਦਾਈ ਦਾਇਆ, ਖੇਲੈ ਸਾਗਲ ਜਗਤ। ਕਹਿੰਦੇ ਸਾਰਾ ਜਗਤ ਇਸ ਖੇਲ ਨੂੰ ਖੇਲਦਾ। ਭਲਿਆ ਤੂੰ ਵੀ ਇਸ ਖੇਲ ਨੂੰ ਖੇਲ। ਗੁਰਮੁਖ ਪਿਆਰਿਓ, ਇਸ ਖੇਲ ਨੂੰ ਖੇਲ ਕੇ ਜਿੱਤ ਪ੍ਰਾਪਤ ਕਰਨੀ ਪੈਣੀ ਹੈ। ਜੇ ਜਿੱਤ ਪ੍ਰਾਪਤ ਕਰਾਂਗੇ ਨਾ, ਫਿਰ ਅਸੀਂ ਇਸ ਜਨਮ ਮਰਨ ਤੋਂ ਛੁਟਕਾਰਾ ਕਰ ਸਕਦੇ ਹਾਂ। ਇਸੇ ਲਈ ਮੇਰੇ ਸਾਹਿਬਾਂ ਨੇ ਇੱਕ ਹੋਰ ਹੁਕਮ ਦਿੱਤਾ ਹੈ ਆਪਾਂ ਨੂੰ। ਇੱਕ ਹੋਰ ਹੁਕਮ ਦਿੱਤਾ ਹੈ। ਆਪਾਂ ਕਹਿ ਦਿੰਦੇ ਹਾਂ ਨਾ ਕਿ ਅਸੀਂ ਖਾਲਸੇ ਹਾਂ, ਖਾਲਸੇ। ਪਾਤਸ਼ਾਹ ਕਹਿੰਦੇ ਮੈਂ ਖਾਲਸਾ ਉਸ ਨੂੰ ਮੰਨਾਂਗਾ ਜਿਹੜਾ ਹਰ ਰੋਜ਼ ਜੰਗ ਕਰੇਗਾ, ਹਰ ਰੋਜ਼। ਪਰ ਸੰਗਤ ਨੇ ਕਹਿਣਾ ਵੀਰ ਜੀ ਗੱਲ ਤੇ ਭਗਤੀ ਦੀ ਚੱਲਦੀ ਹੈ ਤੇ ਦੂਜੇ ਪਾਸੇ ਜੰਗ ਦੇ ਉੱਤੇ ਆ ਗਏ। ਜੰਗ ਕਿਹਦੇ ਨਾਲ ਕਰਨਾ?
ਜੰਗ ਕਿਸੇ ਪਰਾਏ ਨਾਲ ਨਹੀਂ ਕਰਨਾ, ਕਿਸੇ ਬਿਗਾਨੇ ਨਾਲ ਨਹੀਂ ਕਰਨਾ। ਜਿਨ੍ਹਾਂ ਦੇ ਨਾਲ ਜੰਗ ਕਰਨੇ ਨਾ ਗੁਰਮੁਖੋ, ਉਹ ਸਾਡੇ ਅੰਦਰ ਹੀ ਬੈਠੇ ਆ, ਉਹ ਸਾਡੇ ਅੰਦਰ ਬੈਠੇ ਆ। ਅਸੀਂ ਉਹਨਾਂ ਦੇ ਨਾਲ ਯੁੱਧ ਕਰਨਾ। ਖਾਲਸਾ ਬੋ ਜੋ ਕਰੇ ਨਿਤ ਜੰਗ। ਪੰਜ ਵਿਕਾਰਾਂ ਦੇ ਨਾਲ ਜੰਗ ਕਰਨਾ, ਪੰਜਾਂ ਦੇ ਨਾਲ ਯੁੱਧ ਕਰਨਾ। ਕਿੱਦਾਂ ਕਰਾਂਗੇ? ਹੁਣ ਆਪਾਂ ਕਰਕੇ ਹਟੇ ਹਾਂ। ਗੁਰਮੰਤਰ ਦੇ ਤੀਰ ਮਾਰੇ ਹੈ ਆਪਾਂ ਨੇ ਖਿੱਚ ਖਿੱਚ ਕੇ। ਪਾਤਸ਼ਾਹ ਨੇ ਸੇਮ ਟੂ ਸੇਮ ਕਹਾਣੀ ਆਪਾਂ ਨੂੰ ਸਮਝਾਈ ਹੈ, ਕਿਸ ਤਰੀਕੇ ਨਾਲ ਅਸੀਂ ਯੁੱਧ ਕੀਤਾ। ਜਦੋਂ ਪੌਣ ਸਾਡੇ ਅੰਦਰ ਪ੍ਰਵੇਸ਼ ਕਰਦੀ ਹੈ, ਉਸ ਵੇਲੇ ਅਸੀਂ ਉਚਾਰਨ ਕੀਤਾ ਵਾਹ। ਪੌਣ ਸੁੰਨ ਘਾਟ ਤੋਂ ਨਾਭ ਘਾਟ ਦੇ ਵਿੱਚ ਪ੍ਰਵੇਸ਼ ਹੋਈ। ਨਾਭ ਘਾਟ ਨਾਲ ਟਕਰਾ ਕੇ ਜਦੋਂ ਵਾਪਸ ਬਾਹਰ ਆਈ, ਉਦੋਂ ਉਚਾਰਨ ਕੀਤਾ ਗੁਰੂ। ਜਿੱਦਾਂ ਅਸੀਂ ਤੀਰ ਨੂੰ ਕਮਾਨ ਦੇ ਉੱਤੇ ਚਾੜ੍ਹ ਕੇ ਪਹਿਲਾਂ ਅੰਦਰ ਨੂੰ ਖਿੱਚਦੇ ਹਾਂ, ਫਿਰ ਆਪਾਂ ਗੁਰਮੁਖ ਪਿਆਰਿਓ ਤੀਰ ਨੂੰ ਛੱਡ ਦਿੰਦੇ ਹਾਂ। ਤੀਰ ਜਾ ਕੇ ਆਪਣੇ ਨਿਸ਼ਾਨੇ 'ਤੇ ਲੱਗਦਾ। ਇਸੇ ਤਰੀਕੇ ਨਾਲ ਅਸੀਂ ਬੋਲਿਆ ਵਾਹ ਵਾਹ, ਅੰਦਰ ਨੂੰ ਖਿੱਚੀ ਹੈ ਪੌਣ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਇਸ ਤੀਰ ਨੂੰ ਨਿਸ਼ਾਨੇ 'ਤੇ ਪਹੁੰਚਾਉਣ ਦੇ ਲਈ ਸਾਨੂੰ ਮਨ ਚਿੱਤ ਇਕਾਗਰ ਕਰਨਾ ਪਏਗਾ। ਜੇ ਅਸੀਂ ਮਨ ਨੂੰ ਇਕਾਗਰ ਨਾ ਕਰਿਆ ਤਾਂ ਇਹ ਤੀਰ ਕਿਸੇ ਗਲਤ ਥਾਂ 'ਤੇ ਚਲਾ ਜਾਣਾ, ਨਿਸ਼ਾਨੇ 'ਤੇ ਨਹੀਂ ਜਾਣਾ, ਦੁਸ਼ਮਣ ਦੇ ਨਹੀਂ ਲੱਗਣਾ। ਦੁਸ਼ਮਣ ਦੇ ਲਾਉਣ ਦੇ ਲਈ ਇੱਕ ਮਨ ਇੱਕ ਚਿੱਤ ਹੋ ਕੇ ਧਿਆਉਣਾ ਪੈਣਾ ਗੁਰਮੁਖ ਪਿਆਰਿਓ। ਜਦੋਂ ਅਸੀਂ ਇੱਦਾਂ ਹਰ ਰੋਜ਼ ਯੁੱਧ ਕਰਾਂਗੇ। ਹੁਣ ਪਾਤਸ਼ਾਹ ਨੂੰ ਪੁੱਛੀਏ, ਮੇਰੇ ਪਾਤਸ਼ਾਹ ਕਿੰਨਾ ਕੁ ਚਿਰ ਕਰੀਏ ਅਸੀਂ? ਜਾਂ ਯੁੱਧ ਕਹਿ ਲਈਏ, ਜਾਂ ਸਿਮਰਨ ਕਹਿ ਲਈਏ, ਜਾਂ ਤੁਹਾਡਾ ਆਰਾਧਨਾ ਕਹਿ ਲਈਏ, ਜਾਂ ਤੇਰੇ ਗੁਣ ਗਾਉਣੇ ਕਹਿ ਲਈਏ, ਕਿੰਨਾ ਕੁ ਚਿਰ ਕਰੀਏ? ਮੇਰੇ ਸਾਹਿਬਾਂ ਕਹਿੰਦੇ ਐ, ਜਦੋਂ ਮੈਂ ਤੈਨੂੰ ਸਵਾਸ ਦੇਣ ਲੱਗਿਆ ਨਹੀਂ ਪੁੱਛਦਾ ਤੂੰ ਕਿੰਨੇ ਕੁ ਸਵਾਸ ਖਰਚ ਕਰਨੇ ਐ, ਫਿਰ ਤੂੰ ਕਿਉਂ ਪੁੱਛਦਾ? ਪਾਤਸ਼ਾਹ ਕਹਿੰਦੇ ਜੇਤੇ ਸਾਸ ਗਰਾਸ ਮੰਨ ਲੇਤਾ ਤੇਤੇ ਹੀ ਗੁਣ ਗਾਈਏ। ਕਹਿੰਦੇ ਓਨੇ ਹੀ ਗੁਣ ਗਾ ਓਏ ਉਸ ਸਾਹਿਬਾਂ ਦੇ। ਫਿਰ ਮੇਰੇ ਪਾਤਸ਼ਾਹ ਨੂੰ ਪੁੱਛਿਆ, ਉਹ ਸਾਹਿਬਾਂ ਹੋਰ ਸੌਖਾ ਕਰਕੇ ਦੱਸ ਦਿਓ। ਫਿਰ ਪਾਤਸ਼ਾਹ ਕਹਿੰਦੇ ਊਠਤ ਬੈਠਤ ਸੋਵਤ ਜਾਗਤ। ਉੱਠਦਾ ਵੀ, ਬਹਿੰਦਾ ਵੀ, ਸੁੱਤਾ ਵੀ, ਜਾਗਦਾ ਵੀ। ਕੀ ਕਰਨਾ? ਗੁਰ ਮੰਤਰ ਹਿਰਦੈ ਚਿਤਾਰ। ਕਹਿੰਦੇ ਗੁਰ ਮੰਤਰ ਨੂੰ ਚਿਤਾਰੀ ਚੱਲ, ਧਿਆਈ ਚੱਲ, ਧਿਆਈ ਚੱਲ। ਹੁਣ ਆਪਾਂ ਆਪਣੇ ਅੰਦਰ ਝਾਤੀ ਮਾਰਨੀ ਹੈ, ਆਪਾਂ ਕਿੰਨਾ ਚਿਰ ਧਿਆਉਂਦੇ ਹਾਂ। ਅਤੇ ਧਿਆਉਣ ਦੇ ਲਈ ਅਸੀਂ ਸਾਰੀ ਸੰਗਤ ਖੜ ਕੇ ਮੇਰੇ ਸਾਹਿਬਾਂ ਦੇ ਅੱਗੇ ਬੇਨਤੀ ਜੋਦੜੀ ਵੀ ਕਰਦੇ ਹਾਂ। ਕੀ ਕਹਿ ਰਹੇ ਹਾਂ? ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ। ਅਤੇ ਜੇ ਕਿਤੇ ਮੇਰਾ ਮਾਲਕ ਕਿਰਪਾ ਕਰਦੇ ਸਾਡੇ ਚਿੱਤ ਆ ਜਾਵੇ, ਫਿਰ ਪਤਾ ਕੀ ਆਖੇ? ਕਹਿੰਦੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਉਹ ਗੁਰਮੁਖੋ, ਜੇ ਕਿਤੇ ਚਿੱਤ ਆ ਗਿਆ ਤਾਂ ਬਾਪੂ ਕਹਿੰਦਾ ਸਾਰੇ ਸੁੱਖ ਮਿਲ ਜਾਣੇ ਹੈ, ਸਰਬ ਸੁਖ ਹੋਵੇ। ਕਾਹਦਾ ਸਦਕਾ? ਚਿੱਤ ਆਉਣ ਦਾ ਸਦਕਾ। ਪਰ ਗੱਲ ਯਾਦ ਰੱਖੋ, ਉਦੋਂ 3 ਵਾਰੀ ਕਹਿਣ ਦੇ ਨਾਲ ਯਾਦ ਨਹੀਂ ਆਉਣਾ। ਨਹੀਂ ਚਿੱਤ ਆਉਣਾ 3 ਵਾਰੀ ਕਹਿਣ ਦੇ ਨਾਲ। ਚਿੱਤ ਆਏਗਾ ਕਦੋਂ? ਜਦੋਂ ਊਠਤ ਬੈਠਤ ਸੋਵਤ ਜਾਗਤ ਗੁਰ ਮੰਤਰ ਹਿਰਦੈ ਚਿਤਾਰ। ਜਦੋਂ ਇਸ ਨੂੰ ਚਿਤਾਰਾਂਗੇ ਨਾ, ਫਿਰ ਯਾਦ ਆਏਗਾ। ਜਦੋਂ ਯਾਦ ਆ ਗਿਆ, ਸਾਰੇ ਸੁੱਖ ਮਾਲਕ ਨੇ ਆਪਣੀ ਝੋਲੀ ਦੇ ਵਿੱਚ ਪਾ ਦੇਣੇ ਆ। ਅਤੇ ਇਹ ਕੋਈ ਸ਼ੱਕ ਨਾ ਸਮਝਿਓ, ਜੋ ਸਾਹਿਬਾਂ ਨੇ ਗੁਰਬਾਣੀ ਦੇ ਵਿੱਚ ਦਰਜ ਕੀਤਾ ਉਹ ਅਟੱਲ ਸੱਚਾਈ ਹੈ। ਅਸੀਂ ਕਈ ਵਾਰ ਕਹਿ ਦਿੰਦੇ ਹਾਂ ਨਾ ਕਿ ਵੀਰ ਜੀ 7-8 ਸਾਲ ਹੋ ਗਏ ਅੰਮ੍ਰਿਤ ਛਕੇ ਨੂੰ, ਗੁਰੂ ਘਰ ਵੀ ਜਾਂਦੇ ਹਾਂ, ਖਾਲੀ ਹੱਥ ਵੀ ਨਹੀਂ ਜਾਂਦੇ, ਪਰ ਕੋਈ ਗੱਲ ਨਹੀਂ ਬਣਦੀ।
सुनते हैं कि मेरा मालिक लोगों के काम करता है पर साडा ते नहीं कोई कीता। गुरमुख प्यारिओ, अपने च कोई घाट होएगी कोई घाट जिहड़ा साडा काम नहीं कीता। इतिहास गवाह है, काम कीते है। मेरा मालिक भी कह रहा है मैं तुहाडे काम करन नूं तैयार हाँ, पर एक कंडीशन रखी है, एक शरत रखी है। वो किहड़ी? पातशाह कहंदे तू जाके निज घर दे विच बह जा, तू जाके थिर घर दे विच बह जा, मैं तेरे काम कर देंगा। जिहड़े बैठे आ ना उन्हां दे काम कीते सी। धन्ने भगत दियां गऊआं चारियां सी, नामदेव दी छपरी बनाई सी, वो थिर घर दे विच बैठे सी जाके। पर सानू ते बड़ा अफसोस नाल कहना पैंदा है थिर घर दे नहीं पता कित्थे है। थिर घर किस नूं कहंदे आ? वो किहड़ी थां है? जे किते थिर घर जाना पै गया फिर बैठण दा नहीं पता, उत्थे बैठांगे किदां? मेरे साहिबां कहंदे थिर घर बैसो हरजन प्यारे, सतगुर तुमरे काज सवारे। कहंदे सतगुरु तेरे काज सवार देगा, तू जाके थिर घर दे विच बह जा। वो थिर घर किते दूर नहीं है, बिल्कुल दूर नहीं है। बस लोड़ है अपना आप समर्पण करन दी। समर्पण कर दिओ मेरे साहिबां दे अगे, कला गाउण तक ना रहा करिए। मेरा मुझ में किछ नहीं, नाले सारा कुछ बनाई बैठे हाँ, सारा कुछ साम के बैठे हुए हाँ। कह दिन्ने आ कला मेरा मुझ में किछ नहीं, सब किछ है सो तेरा। पर जदों हुण सिमरन करांगे ना, एक मिनट दे लई भी असी तन नहीं उस नूं सौंप सकते। असी तन नहीं सौंप सकते। ये तन दे विच लखां विचार आ जाते हैं, लखां विचारां दे विच साडा तन बोलदा रहिंदा है। जिसने सुनना सी ना वो मन बाहर उड़ारियां लाउंदा फिरदा। तन बोली जांदा साडा वाहिगुरू वाहिगुरू। जिन्हें सुनना सी, जिहदी हाज़री लगनी सी, जिन्हें लेखा जोखा देना सी, वो हाज़र नहीं हुंदा। वो गुरमुख प्यारिओ, तन की गलती की है? असी तन नूं धूणियां ताप दिन्ने आ, तन नूं जल धारे कर दिन्ने आ, तन नूं कीली नाल केस बन लैने आ। वो तन की की गलती है? जिथे जाके लेखा जोखा होना है उत्थे ते तन ने जाना ही नहीं। तन ने ते जाना ही नहीं, उत्थे की ने जाना है? मन ने जाना है। मन इत्थे हाज़र नहीं। इस करके उस मन नूं काबू करना सीखिए। उस मन नूं कहंदे तुसीं उस मन नूं कुट लो। उस मन नूं कहंदे कुट लो। जे तुसीं मन कुट लिया ना, कहंदे जमा तो छुटकारा हो जाएगा। हो सकता है, उम्मीद है जे असी मन कुट लिया। पर गुरमुखो, जे आपां मन ना कुटिया तां सानू जमा ने नहीं छड्डना। मेरे साहिबां ने गुरबाणी दे विच फरमान कर दिता, कह दिता मेरे साहिबां ने, जे कुटना है, कहंदे कुटना है। तुहानू किसी वेले गुस्सा भी आउंदा है ना, कुटना है, कहंदे इस पापी मन नूं कुटो, होर ना किसी नूं कुटो। कूटन सोए जो मन को कूटै, मन को कूटै तो जमते छूटै। कहंदे मन नूं कुट के जमा तो छुटकारा हो सकदा है, अदरवाइज नहीं छुटकारा होना, नहीं छुटकारा होना। मन दे जिहड़े तीर मारने हैं, ये गुरमंत्र दे तीर मारने हैं, तीर मारने हैं। कह दिता मेरे साहिबां ने, बिन हर भजन नहीं छुटकारा। कहंदे भलिया तेरा भजन तो बगैर छुटकारा नहीं होना, नहीं होना, नहीं होना। अते एक मेरे साहिबां ने होर गल आखी है, कहंदे जे मालिक नूं मिलना है, गुरमुख प्यारिओ, कुछ निजम ने, कुछ जुगतियां ने, कुछ तरीके आ। गुरु ग्रंथ साहिब दे विच एक नहीं हज़ारां जुगतियां दसियां होईयां ने, हज़ारां जुगतियां मेरे मालिक नूं मिलण दियां, अपने धंधे करवाउण दियां। पर
ਅਸੀਂ ਨਹੀਂ ਉਹ ਵਰਤ ਰਹੇ। ਅਸੀਂ ਨਹੀਂ ਉਹ ਵਰਤ ਰਹੇ। ਕਿਉਂ ਨਹੀਂ ਵਰਤਦੇ? ਕਿਉਂਕਿ ਅਗਿਆਨਤਾ ਦੇ ਵਿੱਚ ਆ ਗੁਰਮੁਖ ਪਿਆਰਿਓ, ਅਗਿਆਨਤਾ ਦੇ ਹਨੇਰੇ ਦੇ ਵਿੱਚ ਆ ਅਸੀਂ। ਜੋ ਸਾਨੂੰ ਮੇਰੇ ਸਾਹਿਬਾਂ ਗੁਰੂ ਗ੍ਰੰਥ ਸਾਹਿਬ ਸਮਝਾਉਣਾ ਚਾਹੁੰਦੇ ਹੈ ਨਾ ਗੁਰਮੁਖ ਪਿਆਰਿਓ, ਸੱਚ ਜਾਣਿਓ ਗੁੱਸਾ ਬੜਾ ਲੱਗਣਾ ਹੈ। ਅਸੀਂ ਦਮਾਲੇ ਵੀ ਬੰਨੇ ਹੈ, ਅਸੀਂ ਗਾਤਰੇ ਵੀ ਪਾਏ ਹੈ, ਅਸੀਂ ਨਿਤਨੇਮ ਵੀ ਕਰਦੇ ਹਾਂ, ਅਸੀਂ ਗੁਰੂ ਘਰ ਵੀ ਜਾਂਦੇ ਹਾਂ, ਪਰ ਬਚਨ ਨਹੀਂ ਕਮਾਉਂਦੇ, ਬਚਨ ਨਹੀਂ ਕਰਵਾਉਂਦੇ। ਮੇਰਾ ਸਾਹਿਬਾਂ ਕਹਿੰਦੇ ਹੈ ਗੁਰਬਾਣੀ ਕਹੈ ਸੇਵਕ ਜਨ ਮਾਨੈ। ਜਦੋਂ ਮੰਨਾਂਗੇ ਨਾ ਗੁਰਮੁਖ ਪਿਆਰਿਓ, ਪ੍ਰਤੱਖ ਗੁਰੂ ਦੇ ਰੂਪ ਦੇ ਵਿੱਚ ਮੇਰੇ ਸਾਹਿਬਾਂ ਨੇ ਸਾਹਮਣੇ ਆ ਜਾਣਾ, ਸਾਹਮਣੇ ਆ ਜਾਣਾ। ਅਸੀਂ ਮੰਨਦੇ ਨਹੀਂ, ਬਿਲਕੁਲ ਵੀ ਨਹੀਂ ਮੰਨਦੇ ਹੈਗੇ। ਮੰਨਣਾ ਸਿੱਖੀਏ। ਅਤੇ ਕਿੱਡਾ ਵੱਡਾ ਤੋਹਫਾ ਮੇਰੇ ਸਾਹਿਬਾਂ ਦਿੰਦੇ ਹੈ। ਕਹਿੰਦੇ ਜੇ ਕਿ ਤੂੰ ਕਿਤੇ ਸੁਣ ਕੇ ਮੰਨਣ ਦੀ ਤੈਨੂੰ ਆਦਤ ਪੈ ਜਾਵੇ, ਜੇ ਕਿਤੇ ਤੂੰ ਮੰਨਣਾ ਮੰਨ ਲਏ ਕਿ ਮੈਂ ਮੰਨਣਾ, ਸੁਣਿਆ ਤੇ ਮੰਨਣਾ, ਬਸ ਦੋ ਕੰਮ ਕਰ ਲਓ। ਪਾਤਸ਼ਾਹ ਕਹਿੰਦੇ ਜਾ ਤੇਰਾ ਨਿਜ ਘਰ ਦੇ ਵਿੱਚ ਵਾਸਾ ਹੋਏਗਾ। ਕੀ ਕਹਿ ਰਹੇ ਹੈ? ਜਿੰਨੀ ਸੁਣ ਕੇ ਮੰਨਿਆ, ਜਿਨ੍ਹਾਂ ਨੇ ਮੰਨ ਲਿਆ ਸੁਣ ਕੇ, ਤਿੰਨਾ ਨਿਜ ਘਰ ਵਾਸ। ਕਹਿੰਦੇ ਉਹਨਾਂ ਦਾ ਨਿਜ ਘਰ ਦੇ ਵਿੱਚ ਵਾਸਾ ਹੋ ਜਾਏਗਾ ਜਿਹੜੇ ਸੁਣ ਕੇ ਮੰਨ ਲੈਂਦੇ ਆ। ਗੁਰਮੁਖ ਪਿਆਰਿਓ, ਮੈਨੂੰ ਸਮਾਂ ਦੱਸ ਦਿਓ ਕਿ ਕਿੰਨੇ ਵਜੇ ਭੋਗ ਪਾਉਣਾ। 10 ਦਾ ਖੁੱਲ੍ਹਾ ਸਮਾਂ ਹੈ। 10 ਨੂੰ ਕੋਈ ਪਤਾ ਨਹੀਂ ਚੱਲਦਾ ਕਿ ਮੈਂ ਚੱਲੀ ਜਾਣਾ। ਜਦੋਂ ਦੱਸੋਗੇ ਉਦੋਂ ਸਮਾਪਤੀ ਕਰ ਦੇਵਾਂਗੇ। ਪਾਣੀ ਪਿਓ। ਵੈਸੇ ਬੜਾ ਆਨੰਦ ਆਏਗਾ ਜਿਹੜਾ ਗੁਰਮੁਖਾਂ ਨੇ ਖੁੱਲ੍ਹਾ ਟਾਈਮ ਦੇ ਦਿੱਤਾ। ਨਹੀਂ ਸਭ ਨੂੰ ਬੜੀ ਕਾਹਲੀ ਹੁੰਦੀ ਹੈ, ਸਮਾਂ ਹੀ ਨਹੀਂ ਹੁੰਦਾ ਕਿਸੇ ਕੋਲ। ਥੋੜ੍ਹੇ ਜਿਹੇ ਗੁਰਮੁਖੋ ਆਪਾਂ ਹੁਣ ਹੋਰ ਵਿਚਾਰ ਸਾਂਝੇ ਕਰ ਲਈਏ। ਦਾਸ ਆਪਣੇ ਬਾਰੇ ਵੀ ਤੁਹਾਨੂੰ ਦੱਸ ਦੇਵੇ। ਕੋਈ ਆਪਾਂ ਸਾਧੂ ਨਹੀਂ, ਸੰਤ ਨਹੀਂ ਹੈਗੇ, ਕੋਈ ਭਗਤ ਨਹੀਂ, ਕੁਛ ਨਹੀਂ। ਆਪਾਂ ਇੱਕ ਗੁਰੂ ਦੇ ਸਿੱਖ ਹਾਂ, ਸਿਰਫ ਗੁਰੂ ਦੇ ਸਿੱਖ। ਅੱਜ ਤੋਂ 6-7 ਸਾਲ ਪਹਿਲਾਂ ਦਾਸ ਵੀ ਐਦਾਂ ਹੀ ਆਪਣੀ ਜ਼ਿੰਦਗੀ ਬਤੀਤ ਕਰਦਾ ਸੀ। ਮੰਨਣ ਵਾਲਿਆਂ ਦੇ ਵਿੱਚੋਂ ਦਾਸ ਵੀ ਨਹੀਂ ਸੀ। ਸੱਚਾਈ ਹੈ ਇਹ। ਤੁਹਾਡੀ ਤਰ੍ਹਾਂ ਬਸ ਜ਼ਿੰਦਗੀ ਬਤੀਤ ਕਰ ਰਹੇ ਸੀ। ਆਰਮੀ ਦੇ ਵਿੱਚੋਂ ਰਿਟਾਇਰ ਹੌਲਦਾਰ ਆ ਕੇ ਬੜੇ ਕੰਮ ਕੀਤੇ। ਅੜ ਦਾ ਧੰਦਾ ਕੀਤਾ, ਸ਼ਹਿਦ ਦੀ ਮੱਖੀਆਂ ਦਾ ਬਿਜ਼ਨਸ, ਰਾਜਨੀਤੀ ਵਿੱਚ ਕੁੱਦ ਪਏ, ਬੜਾ ਕੁਝ ਕੀਤਾ। ਪਰ ਮੇਰੇ ਮਾਲਕ ਨੂੰ ਨਹੀਂ ਪਾਉਂਦਾ ਸੀ। ਮੇਰੇ ਮਾਲਕ ਨੂੰ ਕੁਝ ਹੋਰ ਪਾਉਂਦਾ ਸੀ। ਮੇਰੇ ਮਾਲਕ ਨੇ 2-3 ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਦਾਸ ਨਹੀਂ ਸਮਝਿਆ। ਇਹ ਮਾਲਕ ਰਮਜ਼ਾਂ ਮਾਰਦੇ ਆ, ਜੁਗਤੀਆਂ ਦੱਸਦੇ ਆ, ਰਮਜ਼ਾਂ ਦੇ ਵਿੱਚ ਕਹਿ ਜਾਂਦੇ ਆ। ਦਾਸ ਨੇ ਥੋੜ੍ਹਾ ਅਣਗਹਿਲੀ ਕੀਤੀ। ਫਿਰ ਆਖਰ ਇੱਕ ਗੱਲ ਯਾਦ ਰੱਖਿਓ ਕਿ ਜਿਸ ਪਿਓ ਜੇ ਆਪਣੇ ਪੁੱਤਰ ਨੂੰ ਘੂਰੇ ਨਾ, ਝਿੜਕੇ ਨਾ, ਤਾਂ ਪੁੱਤਰ ਟਿਕਾਣੇ 'ਤੇ ਨਹੀਂ ਕਦੇ ਆਉਂਦਾ। ਉਸ ਤੋਂ ਚੰਗਾ ਕੰਮ ਕਰਾਉਣ ਦੇ ਲਈ ਜ਼ਰੂਰੀ ਹੈ ਪਿਓ ਦਾ ਪੁੱਤਰ ਨੂੰ ਝਿੜਕਣਾ ਅਤੇ ਘੂਰਨਾ। ਐਦਾਂ ਹੀ ਦਾਸ ਨੂੰ ਮੇਰੇ ਪਿਓ ਨੇ, ਪਰਮ ਪਿਤਾ ਪਰਮਾਤਮਾ ਨੇ ਝਿੜਕਿਆ। ਦਾਸ ਨਹੀਂ ਸਮਝਿਆ। ਆਖਰਕਾਰ ਜਿੱਦਾਂ ਕਹਿ ਦਿੰਦੇ ਆ ਨਾ ਕਿ ਬੱਚੇ ਦੀ ਬਾਂਹ ਨੂੰ ਮਰੋੜ ਕੇ ਕਿ 2-4 ਥੱਪੜ ਲਾ ਦਈਏ ਫੇਰ ਹੀ ਗੱਲ ਬਣਨੀ ਹੈ। ਦਾਸ ਨਾਲ ਵੀ ਐਦਾਂ ਹੀ ਹੋਇਆ। ਮੇਰੇ ਸਾਹਿਬਾਂ ਨੇ ਪੈਰਾਲਾਈਜ਼ ਜਿਹਨੂੰ ਕਹਿੰਦੇ ਆ ਅਧਰੰਗ, ਉਹ ਅਟੈਕ ਕਰ ਦਿੱਤਾ। ਅਟੈਕ ਕਰਕੇ ਡਾਕਟਰਾਂ ਤੋਂ ਕਹਾ ਦਿੱਤਾ ਕਿ ਆੜ ਦੀ ਦੁਕਾਨ ਕਰੋਗੇ ਦੁਬਾਰਾ ਅਟੈਕ ਆਏਗਾ, ਕੋਈ ਧੰਦਾ ਕਰੋਗੇ ਦੁਬਾਰਾ ਅਟੈਕ ਆਏਗਾ, ਅਤੇ ਕੋਈ ਰਾਜਨੀਤੀ 'ਚ ਜਾਓਗੇ ਦੁਬਾਰਾ ਅਟੈਕ ਆਏਗਾ। ਅਤੇ ਮੰਜੇ 'ਤੇ ਪਾ ਦਿੱਤਾ। ਕੁਝ ਦਿਨਾਂ ਦੇ ਲਈ ਤੇ ਜਵਾਨ ਵੀ ਚਲੀ ਗਈ ਸੀ। ਪਰ ਮੇਰੇ ਮਾਲਕ ਨੂੰ ਚਾਹੁੰਦਾ ਕੁਛ ਹੋਰ ਸੀ, ਭਾਉਂਦਾ ਕੁਝ ਹੋਰ ਸੀ।
ਕੁਝ ਸਮਾਂ ਬਤੀਤ ਹੋਇਆ, ਥੋੜ੍ਹਾ ਥੋੜ੍ਹਾ ਚੱਲਣ ਲੱਗੇ। ਥੋੜ੍ਹਾ ਚੱਲਦਿਆਂ ਕਿਸੇ ਸਾਧੂ ਨਾਲ, ਗੁਰਮੁਖ ਦੇ ਨਾਲ ਮੇਲ ਹੋ ਗਿਆ। ਜੋ ਸਾਧੂ ਗੁਰਮੁਖ ਮਿਲਿਆ, ਜੋ ਭਗਤ ਮਿਲਿਆ, ਉਹ ਪੈਂਟ ਕਮੀਜ਼ ਦੇ ਵਿੱਚ ਸੀ। ਕੋਈ ਸਾਧੂ ਦੇਖਣ ਦੇ ਵਿੱਚ ਸਾਧੂ ਨਹੀਂ ਸੀ, ਆਪਣਾ ਗ੍ਰਸਤੀ ਇਨਸਾਨ ਮਿਲਿਆ। ਉਹਨਾਂ ਦੇ ਨਾਲ ਬਹਿ ਕੇ ਵਿਚਾਰ ਕੀਤੀ ਅਤੇ ਉਹਨਾਂ ਨੇ ਮੋਟਾ ਮੋਟਾ ਤੁਹਾਡੇ ਨਾਲ ਵਿਚਾਰ ਸਾਂਝੇ ਜ਼ਰੂਰ ਕਰਾਂਗੇ ਕਿ ਪਤਾ ਨਹੀਂ ਕਈ ਵਾਰ ਸੁਣ ਕੇ ਤੁਹਾਡੇ ਵੀ ਦਿਲ ਦੇ ਵਿੱਚ ਇਹ ਚਾਅ ਉਤਪੰਨ ਹੋ ਜਾਵੇ ਕਿ ਜਦੋਂ ਇਹ ਬੌਲਾ ਬਿੰਗਾ ਬੰਦਾ ਮਾਲਕ ਨੂੰ ਮਿਲ ਸਕਦਾ ਹੈ ਤਾਂ ਆਪਾਂ ਕਿਉਂ ਨਹੀਂ ਮਿਲ ਸਕਦੇ। ਅਤੇ ਇੱਕ ਗੱਲ ਦਾਸ ਹੋਰ ਬੜੀ ਦਾਅਵੇ ਨਾਲ ਕਹਿ ਦਿੰਦਾ ਹੈ ਕਿ ਆਪਾਂ ਸਾਰੇ ਮਿਲ ਸਕਦੇ ਹਾਂ। ਬੇਸ਼ੱਕ ਅਸੀਂ ਪੁੰਨੀ ਹਾਂ, ਬੇਸ਼ੱਕ ਅਸੀਂ ਪਾਪੀ ਹਾਂ, ਬੇਸ਼ੱਕ ਤੁਸੀਂ ਕਿੰਨੇ ਹੀ ਹੁਣ ਤੱਕ ਪਾਪ ਕਿਉਂ ਨਹੀਂ ਕੀਤੇ, ਪਰ ਤੁਸੀਂ ਹੁਣ ਵੀ ਮਾਲਕ ਨੂੰ ਮਿਲ ਸਕਦੇ ਹੋ। ਇਹ ਗੱਲ ਦਾਸ ਦਾਅਵੇ ਨਾਲ ਕਹਿ ਸਕਦਾ ਹੈ। ਕਿਉਂ? ਕਿਉਂਕਿ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਕਹਿ ਦਿੱਤਾ ਕਿ ਮੈਂ ਤੈਨੂੰ ਇਹ ਮਨੁੱਖ ਦੀ ਦੇਹ ਦਿੱਤੀ ਹੀ ਤਾਂ ਹੈ ਕਿ ਤੇਰੀ ਵਾਰੀ ਹੈ ਮਿਲਣ ਦੀ। ਜੇ ਤੂੰ ਮਿਲਣਾ ਚਾਹੁੰਦਾ ਹੈ, ਤੇਰੀ ਵਾਰੀ ਹੈ ਮਿਲਣ ਦੀ, ਮੈਂ ਤੈਨੂੰ ਇਹ ਦੇਹ ਹੀ ਤਾਂ ਦਿੱਤੀ ਹੈ। ਅਤੇ ਉਹ ਵੀ ਨਿਤਨੇਮ ਦੀ ਬਾਣੀ ਦੇ ਵਿੱਚ ਦਰਜ ਕਰ ਦਿੱਤੀ ਕਿ ਇਹ ਭੋਲਾ ਜੀਵ ਹਰ ਰੋਜ਼ ਪੜ੍ਹ ਲਿਆ ਕਰੂਗਾ। ਹਰ ਰੋਜ਼ ਕੀ ਕਹਿਤਾ ਮੇਰੇ ਸਾਹਿਬਾਂ ਨੇ? ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਆਪਣੀ ਵਾਰੀ ਹੈ ਗੁਰਮੁਖੋ ਮਾਲਕ ਨੂੰ ਮਿਲਣ ਦੀ। ਆਪਾਂ ਮਿਲ ਸਕਦੇ ਹਾਂ, ਸਾਰੇ ਮਿਲ ਸਕਦੇ ਹਾਂ। ਅਤੇ ਹੋਰ ਧਿਆਨ ਦੇ ਦਿਓ, ਠੀਕ ਹੈ ਤੁਸੀਂ ਕੋਈ ਪਾਪ ਕੀਤਾ ਹੋਣਾ, ਸਦਨੇ ਕਸਾਈ ਜਿਨ੍ਹਾਂ ਤੇ ਨਹੀਂ ਪਾਪ ਕੀਤਾ, ਸਦਨੇ ਕਸਾਈ ਜਿਨ੍ਹਾਂ ਤੇ ਪਾਪ ਨਹੀਂ ਕੀਤਾ, ਸੱਜਣ ਠੱਗ ਜਿਨ੍ਹਾਂ ਤੇ ਪਾਪ ਨਹੀਂ ਕੀਤਾ। ਜਦੋਂ ਮੇਰਾ ਮਾਲਕ ਉਹਨਾਂ ਨੂੰ ਗਲ ਨਾਲ ਲਾ ਸਕਦਾ ਹੈ, ਉਹਨਾਂ ਦੇ ਗੁਨਾਹਾਂ ਨੂੰ ਭੁਲਾ ਸਕਦਾ ਹੈ, ਆਪਣੇ ਗੁਨਾਹ ਕਿਉਂ ਨਹੀਂ ਭੁਲਾ ਸਕਦਾ? ਆਪਣੇ ਵੀ ਭੁਲਾ ਸਕਦਾ ਜੇ ਅਸੀਂ ਅੱਜ ਤੋਂ ਨਿਸ਼ਾਵਰ ਕਰ ਦਈਏ ਸਾਰਾ ਕੁਝ। ਮੇਰੇ ਸਾਹਿਬਾਂ ਇੱਕ ਹੋਰ ਵਚਨ ਕਹਿ ਰਹੇ ਹੈ, ਕਹਿੰਦੇ ਤੇਰਾ ਅਜੇ ਕੁਝ ਨਹੀਂ ਵਿਗੜਿਆ, ਕੁਝ ਨਹੀਂ ਵਿਗੜਿਆ ਅਜੇ ਵੀ, ਅਜ ਹੂੰ ਕੁਛ ਵਿਗੜਿਓ ਨਹੀਂ, ਕੁਛ ਨਹੀਂ ਵਿਗੜਿਆ। ਕਹਿੰਦੇ ਅਜੇ ਵੀ ਤੇਰਾ ਕੀ ਕਰੀਏ? ਜੋ ਹਰ ਗੁਣ ਗਾਵੇ, ਜਿਹੜਾ ਹਰੀ ਦੇ ਗੁਣ ਗਾਵੇ ਨਾ, ਉਹਦਾ ਅਜੇ ਵੀ ਕੁਝ ਨਹੀਂ ਵਿਗੜਿਆ। ਆਪਾਂ ਨੂੰ ਵੀ ਮੇਰੇ ਮਾਲਕ ਨੇ ਗਲ ਨਾਲ ਲਾ ਲੈਣਾ। ਜਦੋਂ ਉਹ ਗੁਰਮੁਖ ਨੇ ਵਿਚਾਰ ਸਾਂਝੇ ਕੀਤੇ ਕਿ ਗੁਰਮੁਖੋ ਕੀ ਕਰਦੇ ਹੋ? ਮੈਂ ਆਖਿਆ ਜੀ ਪਹਿਲਾਂ ਬਹੁਤ ਕੁਛ ਕੀਤੇ, ਬੜੇ ਭੱਜੇ ਤੇ ਬੜੇ ਨੱਠੇ ਆ, ਪਰ ਹੁਣ ਕੁਝ ਨਹੀਂ ਬਣਦਾ, ਵਿਹਲੇ ਆ, ਕੋਈ ਨਾਰਮਲ ਨਿਤਨੇਮ ਕਰ ਲੈਂਦਾ। ਉਹਨਾਂ ਦਾ ਜਵਾਬ ਆਇਆ ਅੱਗੋਂ ਕਿ ਨਿਤਨੇਮ ਕਿਉਂ ਕਰਦੇ ਹੋ? ਤਾਂ ਦਾਸ ਨੇ ਆਖਿਆ ਜੀ ਨਿਤਨੇਮ ਤਾਂ ਕਰਦੇ ਹਾਂ ਕਿ ਮੇਰੇ ਮਾਲਕ ਨਾਲ ਜੇ ਸਾਡਾ ਮਿਲਾਪ ਹੋ ਜਾਵੇ। ਇਹ ਵੀ ਸਹਿ ਸੁਭਾਅ ਮੇਰੇ ਕੋਲੋਂ ਵਚਨ ਨਿਕਲ ਗਿਆ ਕਿ ਮਿਲਾਪ ਹੋ ਜਾਵੇ ਜੇ ਮਾਲਕ ਦੇ ਨਾਲ ਤਾਂ ਕਰਦੇ ਹਾਂ। ਉਹਨਾਂ ਦਾ ਜਵਾਬ ਸੀ ਕਿ ਨਿਤਨੇਮ ਕਰੇ ਤੋਂ ਮਾਲਕ ਨਹੀਂ ਮਿਲਣਾ। ਅਤੇ ਇਹ ਵੀ ਕਹਿ ਦਿੱਤਾ ਕਿ ਤੈਨੂੰ ਇਸ ਗੱਲ ਦਾ ਦੁੱਖ ਵੀ ਲੱਗਿਆ ਹੋਣਾ ਕਿ ਮੈਂ ਤੁਹਾਨੂੰ ਗੁਰਬਾਣੀ ਦੇ ਨਾਲੋਂ ਤੋੜ ਰਿਹਾ। ਕਹਿੰਦੇ ਮੈਂ ਤੋੜਦਾ ਨਹੀਂ, ਮੈਂ ਜੋੜਦਾ। ਪਰ ਜਿਹੜੇ ਤਰੀਕੇ ਨਾਲ ਤੁਸੀਂ ਨਿਤਨੇਮ ਕਰਦੇ ਹੋ ਉਸ ਤਰੀਕੇ ਨਾਲ ਮੈਨੂੰ ਦੱਸੋ ਕਿ ਗੁਰਬਾਣੀ ਕਹਿੰਦੀ ਕੀ ਹੈ। ਕੀ ਤੁਸੀਂ ਅੱਜ ਤੱਕ ਨਿਤਨੇਮ ਦੇ ਵਿੱਚੋਂ ਕੀ ਲੱਭਿਆ? ਤੁਸੀਂ ਕੀ ਕੱਢਿਆ? ਕੀ ਚੀਜ਼ ਤੁਹਾਨੂੰ ਪ੍ਰਗਟ ਹੋਈ? ਕੁਝ ਪ੍ਰਾਪਤ ਹੋਇਆ? ਮੈਂ ਆਖਿਆ ਜੀ ਪ੍ਰਾਪਤ ਤੇ ਕੁਝ ਨਹੀਂ ਹੋਇਆ, ਬਸ ਇਹੀ ਹੈ ਰੋਜ਼ ਨਿਤਨੇਮ ਕਰ ਲੈਂਦਾ, ਸਿਰਫ ਮਨ ਨੂੰ ਸ਼ਾਂਤੀ ਆ ਜਾਂਦੀ ਹੈ ਕਿ ਮੈਂ ਨਿਤਨੇਮ ਕਰ ਲਿਆ। ਕਹਿੰਦੇ ਬਸ ਮਹਾ। ਕਹਿੰਦੇ ਇੱਕ ਰਹਿਰਾਸ ਸਾਹਿਬ ਦੇ ਵਿੱਚ ਬਚਨ ਆਉਂਦਾ, ਤੁਸੀਂ ਰੋਜ਼ ਪੜ੍ਹਦੇ ਹੋ। ਜਿੰਨੀ ਦੇਰ ਆਪਾਂ ਨੂੰ ਉਹ ਚੀਜ਼, ਜਿੰਨੀ ਦੇਰ ਆਪਾਂ ਨੂੰ ਉਹ ਚੀਜ਼ ਪ੍ਰਗਟ ਨਹੀਂ ਹੁੰਦੀ, ਓਨੀ ਦੇਰ ਆਪਣੀ ਬੰਦ ਖਲਾਸੀ ਨਹੀਂ ਹੋਣੀ। ਮੈਂ ਆਖਿਆ ਉਹ ਕੀ ਚੀਜ਼ ਹੈ? ਉਹ ਕਹਿੰਦੇ ਇੱਕ ਆਪਣੇ ਅੰਦਰ ਰਸ ਹੈ ਜਿਸ ਨੂੰ 4 ਨਾਮਾਂ ਦੇ ਨਾਲ ਪੁਕਾਰਿਆ ਗਿਆ ਹੈ। ਹਰ ਰਸ, ਨਾਮ ਰਸ, ਅੰਮ੍ਰਿਤ ਰਸ, ਬ੍ਰਹਮ ਰਸ। ਕਹਿੰਦੇ ਇਹ ਰਸ ਆਪਣੇ ਅੰਦਰ ਹੈ, ਆਪਾਂ ਨੇ ਘੁੱਟਾਂ ਭਰ ਕੇ ਪੀਣੀਆਂ ਹੁੰਦੀਆਂ ਨੇ।
ਨਿਤਨੇਮ ਕਰਦੇ ਹੋ, ਕਦੇ ਪੀਤਾ ਹੈ? ਮੈਂ ਆਖਿਆ ਵੀਰ ਜੀ ਨਹੀਂ ਪੀਤਾ। ਸੱਚਾਈ ਹੈ। ਫਿਰ ਉਹ ਕਹਿੰਦੇ ਆਪਣੇ ਅੰਦਰ ਨਾਮ ਹੈ। ਕੀ ਤੁਹਾਨੂੰ ਨਾਮ ਦਾ ਕੁਝ ਪਤਾ ਹੈ? ਕਿ ਨਾਮ ਤੁਹਾਡੇ ਅੰਦਰ ਪ੍ਰਗਟ ਹੋ ਗਿਆ? ਮੈਂ ਆਖਿਆ ਜੀ ਨਹੀਂ ਪਤਾ। ਕਹਿੰਦੇ ਜੇ ਨਹੀਂ ਪਤਾ ਤੇ ਇਹ ਸ਼ਬਦ ਪੜ੍ਹੋ ਹੁਣ। ਮੈਂ ਆਖਿਆ ਕਿਹੜਾ? ਉਹ ਕਹਿੰਦੇ ਜਿਨ ਹਰ 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 ਰਸ ਨਾਮ ਨਾ ਪਾਇਆ। ਜਿਨ੍ਹਾਂ ਨੇ ਅਜੇ ਤੱਕ ਹਰ ਰਸ ਤੇ ਨਾਮ ਨਹੀਂ ਪਾਇਆ। ਉਹ ਕੌਣ ਨੇ? ਕਹਿੰਦੇ ਅੱਗੇ ਪੜ੍ਹੋ। ਤੇ ਭਾਗਹੀਣ। ਕਹਿੰਦੇ ਉਹ ਜੀਵ ਭਾਗਾਂ ਤੋਂ ਹੀਣੇ ਆ। ਅੱਗੇ ਕੀ ਆਖਿਆ? ਜਦੋਂ ਇਹ ਪੰਜ ਭੌਤਿਕ ਸਰੀਰ ਛੱਡ ਕੇ ਜਾਣਗੇ, ਕਿੱਥੇ ਜਾਣਗੇ? ਪਾਤਸ਼ਾਹ ਕਹਿੰਦੇ ਜਮ ਪਾਸ। ਕਹਿੰਦੇ ਹੁਣ ਆਪਣੇ ਅੰਦਰ ਝਾਤੀ ਮਾਰੋ। ਜੇ ਤੇ ਹਰ ਰਸ ਪ੍ਰਾਪਤ ਹੋ ਗਿਆ, ਜੇ ਤੇ ਨਾਮ ਪ੍ਰਾਪਤ ਹੋ ਗਿਆ ਤਾਂ ਧੰਨ ਭਾਗ, ਵੱਡੇ ਭਾਗਾਂ ਵਾਲੇ ਹੋ, ਤੁਹਾਡੇ ਪੈਰ ਚੁੰਮਣ ਨੂੰ ਦਿਲ ਕਰੇਗਾ। ਜੇ ਨਹੀਂ ਪ੍ਰਾਪਤ ਹੋਇਆ ਤੇ ਆਪਾਂ ਨੂੰ ਕਹਿ ਰਹੇ ਆ ਮੇਰੇ ਪਾਤਸ਼ਾਹ ਕਿ ਤੁਸੀਂ ਭਾਗਾਂ ਤੋਂ ਹੀਣੇ ਹੋ ਤੇ ਜਮਾਂ ਦੇ ਕੋਲ ਜਾਓਗੇ। ਗੁਰਮੁਖ ਪਿਆਰਿਓ, ਉਸ ਦੇ ਵਚਨ ਸੁਣ ਕੇ ਰੂਹ ਕੰਬ ਗਈ ਸੀ। ਪਤਾ ਲੱਗਿਆ ਸੀ ਕਿ ਬਿਲਕੁਲ ਸੱਚ ਹੈ ਜੋ ਗੁਰਮੁਖ ਕਹਿ ਰਹੇ ਹੈ ਨਾ, ਇਹ ਸੱਚਾਈ ਹੈ। ਕਹਿੰਦੇ ਸਾਡੇ ਅੰਦਰ ਇਹ ਰਸ ਹੈ। ਪਹਿਲਾ ਸਟੇਜ ਹੈ ਜਦੋਂ ਅਸੀਂ ਭਗਤੀ ਸ਼ੁਰੂ ਕਰਦੇ ਹਾਂ, ਹਰ ਰਸ ਤੋਂ ਸਟਾਰਟ ਹੁੰਦਾ। ਫਿਰ ਹੋਰ ਭਗਤੀ ਕਰਾਂਗੇ, ਉਹ ਨਾਮ ਰਸ ਦੇ ਵਿੱਚ ਥੋੜ੍ਹੀ ਮਿਠਾਸ ਆਏਗੀ, ਥੋੜ੍ਹਾ ਠੰਡਾ ਹੋ ਜਾਏਗਾ। ਹੋਰ ਭਗਤੀ ਦੇ ਵਿੱਚ ਰੰਗੇ ਜਾਵਾਂਗੇ ਤਾਂ ਉਹ ਗੁਰਮੁਖ ਪਿਆਰਿਓ ਬਿਲਕੁਲ ਅੰਮ੍ਰਿਤ, ਜਿੱਦਾਂ ਦਾ ਅਸੀਂ ਬਾਹਰੋਂ ਅੰਮ੍ਰਿਤ ਛਕੇ ਹੈ ਨਾ, ਇੰਨਾ ਮਿੱਠਾ ਘੋਟਾਂ ਭਰਨ ਨੂੰ ਮਿਲਦਾ। ਘੋਟਾਂ ਭਰਨ ਨੂੰ ਸਾਨੂੰ ਅੰਦਰੋਂ ਮਿਲਦਾ। ਕਿੰਨਾ ਕੁ ਸਾਡੇ ਅੰਦਰ ਖੂਹ ਭਰਿਆ ਪਿਆ। ਖੂਹ ਰੋਜ਼ ਮੇਰੇ ਸਾਹਿਬਾਂ ਗੁਰਬਾਣੀ 'ਚ ਦੱਸਦੇ ਹੈ ਅੰਮ੍ਰਿਤ ਖੂੰਟਾ, ਖੂੰਟਾ ਆਖੇ ਖੂਹ ਨੂੰ। ਅੰਮ੍ਰਿਤ ਖੂੰਟਾ ਅੰਤਰ ਭਰਿਆ, ਅੰਦਰ ਭਰਿਆ। ਕਹਿੰਦੇ ਕਿੱਦਾਂ ਕੱਢਣਾ ਹੈ? ਸ਼ਬਦ ਦੇ ਕਾਢ ਪੀਏ ਪਨਿਹਾਰੀ। ਕਹਿੰਦੇ ਸ਼ਬਦ ਦੇ ਨਾਲ ਕੱਢ ਕੇ ਪੀ ਲਓ। ਇੱਥੇ ਭਗਤ ਜਨ ਸਵਾਲ ਕਰਦੇ ਹੈ ਮੇਰੇ ਮਾਲਕਾ, ਮੈਂ ਤੇ ਉਹ ਅੰਮ੍ਰਿਤ ਕਦੇ ਪੀਤਾ ਨਹੀਂ, ਫਿਰ ਮੇਰੇ ਖੂਹ ਵਾਲਾ ਅੰਮ੍ਰਿਤ ਕਿੱਥੇ ਜਾਂਦਾ ਹਰ ਰੋਜ਼? ਤੁਸੀਂ ਕਹਿ ਰਹੇ ਹੋ ਖੂਹ ਭਰਿਆ ਪਿਆ, ਸਾਡਾ ਅੰਮ੍ਰਿਤ ਕਿੱਥੇ ਜਾਂਦਾ ਹੈ? ਫਿਰ ਮੇਰੇ ਸਾਹਿਬਾਂ ਨੇ ਬੜੇ ਪਿਆਰੇ ਵਚਨ ਆਖੇ ਹੈ ਗੁਰਬਾਣੀ ਦੇ ਵਿੱਚ। ਸਾਹਿਬਾਂ ਕਹਿੰਦੇ ਜਿੱਥੇ ਅੰਮ੍ਰਿਤ ਹੈ ਨਾ, ਉੱਥੇ ਇਸ ਦੇਹੀ ਦੇ ਵਿੱਚ ਉਸ ਦੇ ਦੁਆਲੇ ਚੋਰ ਵਸਦੇ ਆ, ਚੋਰ ਠੱਗ ਵਸਦੇ ਆ। ਉਹ ਤੇਰੇ ਅੰਮ੍ਰਿਤ ਨੂੰ ਲੁੱਟ ਲੈਂਦੇ ਆ ਤੇ ਤੂੰ ਮਨਮੁਖ ਹੋ ਗਿਆ। ਇਸ ਗੱਲ ਨੂੰ ਸਮਝਦਾ ਨਹੀਂ, ਇਸ ਕਹਾਣੀ ਨੂੰ ਸਮਝਦਾ ਨਹੀਂ। ਗੱਲ ਤੇ ਗੁਰਮੁਖੋ ਜਦੋਂ ਗੁਰਬਾਣੀ ਨੂੰ ਬੁੱਝਾਂਗੇ ਨਾ, ਫੇਰ ਬਣਨੀ ਹੈ। ਆਖਿਆ ਮੇਰੇ ਸਾਹਿਬਾਂ ਨੇ ਗੁਰਬਾਣੀ ਦੇ ਵਿੱਚ, ਪੜ੍ਹਿਆ ਨਾਹੀਂ ਭੇਦ ਬੁੱਝਿਆ ਪਾਵਣਾ। ਕਹਿੰਦੇ ਬੁੱਝ ਤੂੰ ਇਸ ਨੂੰ, ਫੇਰ ਪਤਾ ਲੱਗੇਗਾ। ਹੁਣ ਉਹ ਅੰਮ੍ਰਿਤ ਕਿੱਥੇ ਜਾਂਦਾ ਹੈ? ਸਾਹਿਬਾਂ ਕਹਿੰਦੇ ਇਸ ਦੇਹੀ ਮੈਂ ਪੰਜ ਚੋਰ ਵਸੈ। ਕਹਿੰਦੇ ਚੋਰ ਵਸਦੇ ਆ ਇਸ ਦੇਹੀ ਦੇ ਵਿੱਚ। ਇਸ ਦੇਹੀ ਮੈਂ ਪੰਜ ਚੋਰ ਵਸੈ। ਕਿਹੜੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ। ਕੀ ਕਰਦੇ ਹੈ? ਪਾਤਸ਼ਾਹ ਕਹਿੰਦੇ ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੁੱਝੈ। ਕਹਿੰਦੇ ਅੰਮ੍ਰਿਤ ਨੂੰ ਤੇ ਉਹ ਲੁੱਟ ਰਹੇ ਐ, ਤੂੰ ਮਨਮੁਖ ਹੋ ਗਿਆ, ਬੁੱਝਦਾ ਨਹੀਂ ਕਹਾਣੀ ਨੂੰ। ਅੰਮ੍ਰਿਤ ਲੁੱਟੈ ਮਨ ਮੁਖ ਨਹੀਂ ਬੁੱਝੈ, ਕੋਈ ਨਾ ਸੁਣੇ ਪੁਕਾਰਾ। ਕੋਈ ਸਾਡੀ ਪੁਕਾਰ ਵੀ ਨਹੀਂ ਸੁਣਦਾ। ਹੁਣ ਗੁਰਮੁਖੋ ਉਸ ਅੰਮ੍ਰਿਤ ਨੂੰ ਪੀਣਾ ਸ਼ੁਰੂ ਕਰੋ। ਜਿੰਨੀ ਦੇਰ ਅਸੀਂ ਉਹ ਅੰਮ੍ਰਿਤ ਨਹੀਂ ਪੀਂਦੇ, ਮੇਰੇ ਸਾਹਿਬਾਂ ਨੇ ਗੁਰਬਾਣੀ ਦੇ ਵਿੱਚ ਦਰਜ ਕਰ ਦਿੱਤਾ, ਆਪਾਂ ਅਮਰ ਨਹੀਂ ਹੋ ਸਕਦੇ, ਅਮਰ ਨਹੀਂ ਹੋ ਸਕਦੇ। ਅੰਮ੍ਰਿਤ ਪੀ ਕੇ ਹੀ ਅਮਰ ਹੋਵਾਂਗੇ। ਪਾਤਸ਼ਾਹ ਕਹਿੰਦੇ ਅੰਮ੍ਰਿਤ ਪੀਵੈ ਅਮਰ ਸੋ ਹੋਏ। ਕਹਿੰਦੇ ਅੰਮ੍ਰਿਤ ਪੀ ਕੇ ਤੂੰ ਅਮਰ ਹੋਏਗਾ। ਜਦੋਂ ਉਹ ਗੁਰਮੁਖ ਦੀਆਂ ਇਹ ਪਿਆਰੇ ਪਿਆਰੇ ਸ਼ਬਦ ਸੁਣੇ, ਰੂਹ ਹੱਲ ਗਈ ਤੇ ਮਨ ਦੇ ਵਿੱਚ ਬੜਾ ਤੜਫਣਾ ਲੱਗੀ। ਯਾਰ ਇੰਨੀ ਉਮਰ ਬੀਤ ਗਈ, ਸਾਨੂੰ ਤੇ ਪਤਾ ਹੀ ਨਹੀਂ ਲੱਗਿਆ, ਸਾਨੂੰ ਤੇ ਕਿਸੇ ਨੇ ਦੱਸਿਆ ਹੀ ਨਹੀਂ।
ਕਿੱਥੇ ਚਲੇ ਗਏ ਅਸੀਂ, ਕਿੱਥੇ ਰਹਿੰਦੇ ਸੀ, ਕਿਹੜੇ ਦੇਸ਼ ਵਿੱਚ ਰਹਿੰਦੇ ਰਹੇ ਅਸੀਂ। ਅਤੇ ਫਿਰ ਉਹ ਗੁਰਮੁਖ ਨੇ ਅੱਗੇ ਦੱਸਣਾ ਸ਼ੁਰੂ ਕਰਨ ਲੱਗੇ। ਅਸੀਂ ਕੀ ਦੱਸਿਆ? ਕਹਿੰਦੇ ਆਪਣੇ ਅੰਦਰ ਅਨਹਦ ਨਾਦ ਵੱਜਦਾ, ਆਪਣੇ ਅੰਦਰ ਅਨਹਦ ਤੂਰ ਵੱਜਦਾ, ਸ਼ਬਦ ਘਨੇਰੇ ਸਹਿਜ ਧੁਨ ਉਹ ਆਪਣੇ ਅੰਦਰ ਵੱਜਦੇ ਹੈ। ਜਿੰਨੀ ਦੇਰ ਉਹ ਸਾਡੇ ਅੰਦਰ ਪ੍ਰਗਟ ਨਹੀਂ ਹੁੰਦੇ, ਓਨੀ ਦੇਰ ਗੁਰਮੁਖ ਪਿਆਰਿਓ ਅਸੀਂ ਇਹਨਾਂ ਪੰਜਾਂ ਚੋਰਾਂ ਨੂੰ ਦਬਾ ਨਹੀਂ ਸਕਦੇ, ਨਹੀਂ ਦਬਾ ਸਕਦੇ। ਫਿਰ ਅਸੀਂ ਇਹਨਾਂ ਪੰਜਾਂ ਚੋਰਾਂ ਨੂੰ ਕਾਬੂ ਕਰਾਂਗੇ ਜਦੋਂ ਪੰਜ ਸ਼ਬਦ ਸਾਡੇ ਅੰਦਰ ਪ੍ਰਗਟ ਹੋ ਗਏ। ਰੋਜ਼ ਪੜ੍ਹਦੇ ਹਾਂ ਆਪਾਂ ਰਹਿਰਾਸ ਸਾਹਿਬ ਦੇ ਵਿੱਚ, ਪੰਜ ਸ਼ਬਦ ਬਾਜੇ ਘਰ ਸੁਭਾਗੇ। ਉਹ ਘਰ ਸੁਭਾਗਾ ਭਰਿਆ ਹੋ ਜਾਂਦਾ ਜਿਸ ਦੇ ਅੰਦਰ ਪੰਜ ਸ਼ਬਦ ਚੱਲ ਪੈਂਦੇ ਆ। ਪੰਜ ਸ਼ਬਦ ਬਾਜੇ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਬਾਜੇ ਕਲਾ ਜਿੱਤ ਕਰ ਧਾਰਿਆ। ਫਿਰ ਇੱਕ ਕਲਾ ਵਰਤਦੀ ਹੈ, ਇੱਕ ਕਲਾ ਵਰਤਦੀ ਹੈ। ਕਿਹੜੀ ਕਿਹੜੀ ਕਲਾ? ਮਾਲਕ ਕਹਿੰਦਾ ਉਹਨਾਂ ਪੰਜਾਂ ਦੂਤਾਂ ਨੂੰ ਹੁਣ ਤੂੰ ਵਸ ਕਰ ਲੈ, ਹੁਣ ਬਸ ਕਰ ਤੂੰ। ਤੇਰੇ ਅੰਦਰ ਪੰਜ ਸ਼ਬਦ ਪ੍ਰਗਟ ਹੋ ਗਏ, ਉਹ ਪੰਜੇ ਸ਼ਬਦ ਕੱਲੇ ਕੱਲੇ ਦੂਤ ਨਾਲ ਲੜਨਗੇ। ਕਲਾ ਜਿੱਤ ਕਰ ਧਾਰਿਆ, ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਹੁਣ ਉਹਨਾਂ ਪੰਜਾਂ ਦੂਤਾਂ ਨੂੰ ਆਪਣਾ ਜੇ ਕੋਈ ਦੁਸ਼ਮਣ ਹੈ ਨਾ ਦੁਨੀਆ ਤੇ, ਤਾਂ ਸਭ ਤੋਂ ਵੱਡਾ ਦੁਸ਼ਮਣ ਸਾਡੇ ਅੰਦਰ ਇਹ ਪੰਜ ਚੋਰ ਨੇ। ਇਹਨਾਂ ਨੇ ਸਾਨੂੰ ਇੱਕ ਵਾਰੀ ਨਹੀਂ ਹਰਾਇਆ, ਬਹੁਤ ਵਾਰ ਹਰਾਇਆ ਗੁਰਮੁਖੋ, ਬਹੁਤ ਵਾਰ ਹਰਾਇਆ। ਪਾਤਸ਼ਾਹ ਕਹਿ ਰਹੇ ਹੈ, ਕਹਿੰਦੇ ਤੂੰ ਇਹ ਜੁਗਤੀਆਂ ਛੱਡੀਆਂ ਨਹੀਂ। ਕਹਿੰਦੇ ਇਹ ਜੁਗਤੀਆਂ ਛੱਡੀਆਂ ਨਹੀਂ। ਕਿਹੜੀਆਂ? ਕਾਮ, ਕ੍ਰੋਧ, ਲੋਭ, ਮੋਹ, ਝੂਠ, ਬਕਾਰ, ਮਹਾ, ਲੋਭ, ਧਰੋਹ। ਆ ਨਹੀਂ ਕਹਿੰਦੇ ਤੂੰ ਜੁਗਤੀਆਂ ਛੱਡੀਆਂ। ਪਹਿਲਾਂ ਵੀ ਜਦੋਂ ਆਪਾਂ ਇੱਥੇ ਆਏ ਸੀ ਇਨਸਾਨ ਬਣ ਕੇ, ਇਹੀ ਜੁਗਤੀਆਂ ਅਪਣਾਉਂਦੇ ਰਹੇ, ਹੁਣ ਵੀ ਆਪਾਂ ਇਹੀ ਕਰ ਰਹੇ ਹਾਂ। ਪਾਤਸ਼ਾਹ ਕਹਿੰਦੇ ਪਹਿਲਾਂ ਵੀ ਹਾਰ ਗਿਆ ਸੀ ਤੇ ਹੁਣ ਵੀ ਹਾਰ ਜਾਏਗਾ। ਕਾਮ, ਕ੍ਰੋਧ, ਲੋਭ, ਮੋਹ, ਝੂਠ, ਬਕਾਰ, ਮਹਾ, ਲੋਭ, ਧਰੋਹ, ਇਆਹੂੰ ਜੁਗਤ ਬਿਹਾਨੇ ਕਈ ਜਨਮ। ਕਹਿੰਦੇ ਇਸ ਜੁਗਤੀ ਦੇ ਨਾਲ ਤੂੰ ਕਈ ਜਨਮ ਬਤੀਤ ਕਰ ਦਿੱਤੇ, ਕਿਤੇ ਇਹ ਨਾ ਗਵਾ ਦੇ, ਇਹ ਨਾ ਗਵਾ ਦੇ। ਹੁਣ ਗੁਰਮੁਖ ਪਿਆਰਿਓ, ਅਸੀਂ ਉਸ ਗੁਰਮੁਖ ਨੂੰ ਸੋਚ ਰਹੇ ਸੀ ਕਿ ਸਾਡੇ ਅੰਦਰ ਸਹਿਜ ਧੁਨ ਹੈ, ਸ਼ਬਦ ਘਨੇਰੇ ਕਦੇ ਸੁਣੇ ਨਹੀਂ। ਕਹਿੰਦਾ ਇੱਕ ਸਹਿਜ ਧੁਨ ਨਹੀਂ ਹੈ। ਪਾਤਸ਼ਾਹ ਕਹਿੰਦੇ ਹੈ ਕੇਤੇ ਨਾਦ ਅਨੇਕ ਅਸੰਖਾਂ ਦੇ ਰੂਪ ਦੇ ਵਿੱਚ ਸਾਡੇ ਅੰਦਰ ਨਾਦ ਵੱਜਦੇ ਹੈ। ਕੇਤੇ ਬਾਵਣ ਹਾਰੇ, ਕਿੰਨੇ ਵਜਾਉਣ ਵਾਲੇ ਆ। ਗੁਰਮੁਖੋ ਸਾਨੂੰ ਅਜੇ ਤੱਕ ਐਂ ਸੀ ਨਾ ਕਿ ਸ਼ਾਇਦ ਗੁਰਬਾਣੀ ਪੜ੍ਹ ਕੇ ਨਿਤਨੇਮ ਹਰ ਰੋਜ਼ ਕਰਕੇ ਸਾਡਾ ਛੁਟਕਾਰਾ ਹੋ ਜਾਣਾ। ਨਹੀਂ ਹੋਣਾ ਜਿੰਨੀ ਦੇਰ ਆਪਾਂ ਗੁਰਬਾਣੀ ਨੂੰ ਸਮਝਦੇ ਨਹੀਂ, ਫਿਰ ਇਸ ਨੂੰ ਕਮਾਉਂਦੇ ਨਹੀਂ, ਫਿਰ ਇਸ ਨੂੰ ਕਮਾਉਂਦੇ ਨਹੀਂ। ਜੇ ਮੇਰੇ ਸਾਹਿਬਾਂ ਕਹਿੰਦੇ ਐ ਤੂੰ ਨਿੰਦਿਆ ਨਾ ਕਰੀ ਕਿਸੇ ਦੀ, ਤਾਂ ਆਪਾਂ ਨੂੰ ਛੱਡਣੀ ਪੈਣੀ ਹੈ। ਜੇ ਨਿੰਦਿਆ ਨਾ ਛੱਡੀ ਤਾਂ ਸਜ਼ਾਵਾਂ ਪਤਾ ਕਿਹੜੀਆਂ ਕਿਹੜੀਆਂ ਮਿਲਣੀਆਂ ਨੇ। ਇੱਦਾਂ ਦੀਆਂ ਸਜ਼ਾਵਾਂ ਮਿਲਣੀਆਂ ਨੇ ਜਿਹੜੀ ਨੂੰ ਤਾਂ ਆਪਾਂ ਮਹਿਸੂਸ ਨਹੀਂ ਕਰ ਸਕਦੇ। ਆਪਾਂ ਆਪਣੇ ਸਮਾਜ ਦੇ ਵਿੱਚ ਸਭ ਤੋਂ ਭਿਆਨਕ ਸਜ਼ਾ ਸਮਝਦੇ ਹਾਂ ਜਿਹੜੀ ਨਿੰਦਿਆ ਕਰਨ ਵਾਲੇ ਨੂੰ ਮਿਲਣੀ ਹੈ। ਕਿਹੜੀ ਦਿੰਦੇ ਹਾਂ ਆਪਾਂ? ਕੋਈ ਬੱਚਾ ਬੱਚੀ ਗਲਤੀ ਕਰਦੇ, ਆਪਾਂ ਕਹਿ ਦਿੰਦੇ ਹਾਂ ਇਸ ਦਾ ਮੂੰਹ ਕਾਲਾ ਕਰ ਦਿਓ, ਕਹਿ ਰਹੇ ਹਾਂ ਨਾ ਸਮਾਜ ਦੇ ਵਿੱਚ। ਇਹ ਸਜ਼ਾ ਮੇਰੇ ਸਾਹਿਬਾਂ ਕਹਿੰਦੇ ਨਿੰਦਿਆ ਕਰਨ ਵਾਲੇ ਨੂੰ ਦਰਗਾਹ ਦੇ ਵਿੱਚ ਮਿਲੇਗੀ। ਅਤੇ ਇਹ ਸਜ਼ਾ ਦੇ ਕੇ ਵੀ ਬਸ ਨਹੀਂ ਹੈ ਅਜੇ, ਕਹਿੰਦੇ ਅਗਲੀ ਸਜ਼ਾ ਵੀ ਸੁਣ। ਅਗਲੀ ਸਜ਼ਾ ਕਹਿੰਦੇ ਤੈਨੂੰ ਨਰਕਾਂ ਦੇ ਵਿੱਚ ਸੁੱਟਿਆ ਜਾਏਗਾ। ਨਰਕ ਵੀ ਕਹਿੰਦੇ ਘੋਰ ਹੋਣਗੇ, ਘੋਰ ਨਰਕ। ਹੁਣ ਇੱਥੇ ਭਗਤ ਪੁੱਛਦੇ ਐ ਮੇਰੇ ਪਾਤਸ਼ਾਹ ਨਿੰਦਾ ਕਿਹਦੀ ਕਰੀਏ, ਕਿਹਦੀ ਛੱਡੀਏ? ਸਾਹਿਬਾਂ ਕਹਿੰਦੇ ਨਿੰਦਿਆ ਕਿਸੇ ਦੀ ਵੀ ਚੰਗੀ ਨਹੀਂ ਹੈ। ਫਿਰ ਕੌਣ ਕਰਦਾ? ਸਾਹਿਬਾਂ ਕਹਿੰਦੇ ਮਨਮੁਖ ਲੋਕ ਕਰਦੇ ਹੈ। ਜੇ ਨਿੰਦਿਆ ਹੋਗੀ ਸਜ਼ਾ, ਕਹਿੰਦੇ ਸਜ਼ਾ ਵੀ ਮਿਲੇਗੀ। ਹੁਣ ਕੀ ਕੁਝ ਆਖਿਆ ਪਾਤਸ਼ਾਹ? ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾਹੀਂ, ਕਹਿੰਦੇ ਕਿਸੇ ਦੀ ਵੀ ਭਲੀ ਨਹੀਂ। ਕੌਣ ਕਰਦੇ ਹੈ? ਮਨਮੁਖ ਮੁਗਧ ਕਰਨ। ਜੇ ਨਿੰਦਿਆ ਹੋਗੀ ਮੂੰਹ ਕਾਲੇ ਤਿੰਨਾਂ ਨਿੰਦਕਾਂ
ਨਰਕੇ ਘੋਰ ਭਵਨ, ਕਹਿੰਦੇ ਘੋਰ ਨਰਕਾਂ ਦੇ ਵਿੱਚ ਪਾਇਆ ਜਾਏਗਾ। ਇਹ ਸਜ਼ਾ ਹੈ ਗੁਰਮੁਖ ਪਿਆਰਿਓ ਨਿੰਦਿਆ ਦੀ, ਪਰ ਅਸੀਂ ਤੇ ਪਰਵਾਹ ਹੀ ਨਹੀਂ ਕਰਦੇ। 10 ਵੀ ਇੱਥੋਂ ਉੱਠ ਕੇ ਜਾਏਗਾ, 10-20 ਬੰਦਿਆਂ ਨੇ ਪੱਕਾ ਕਰ ਦੇਣੀ ਹੈ ਨਿੰਦਿਆ। ਵੱਡਾ ਭਗਤ ਆ ਇਹ। ਉਹ ਗੁਰਮੁਖ ਪਿਆਰਿਓ, ਇਹ ਸਵਾਸ ਕਾਹਦੇ ਲਈ ਮਿਲਿਆ? ਇਹ ਬਾਰੀ ਹੈ ਆਪਣੀ ਮਾਲਕ ਨੂੰ ਮਿਲਣ ਦੀ, ਤਾਂ ਮਿਲੇ ਹੈ। ਮੇਰੇ ਮਾਲਕ ਦੇ ਗੁਣ ਗਾ ਲਓ ਤਾਂ ਮਿਲੇ ਹੈ। ਨਿੰਦਿਆ ਤੇ ਦੂਰ ਦੀ ਗੱਲ ਹੈ। ਮੇਰੇ ਸਾਹਿਬਾਂ ਕਹਿੰਦੇ ਤੂੰ ਕਿਸੇ ਦੀ ਉਸਤਤ ਵੀ ਨਾ ਕਰ, ਵਡਿਆਈ ਵੀ ਨਾ ਕਰ। ਪਰ ਇੱਥੇ ਕਈਆਂ ਨੇ ਕਹਿ ਦੇਣਾ ਵੀਰ ਜੀ ਸੱਚੀ ਗੱਲ ਤੇ ਕਹਿਣੀ ਪਏਗੀ, ਪਰ ਮੇਰੇ ਸਾਹਿਬਾਂ ਨਹੀਂ ਮੋਹਰ ਲਾਉਂਦੇ। ਇਹ ਨਹੀਂ ਕਹਿ ਰਹੇ ਕਿ ਸੱਚੀ ਗੱਲ ਤੂੰ ਕਹਿ, ਇਹ ਕਹਿੰਦੇ ਤੂੰ ਓਨੀ ਦੇਰ ਦੇ ਵਿੱਚ ਭਗਤੀ ਕਰ ਓਨੀ ਦੇਰ ਦੇ ਵਿੱਚ ਭਗਤੀ। ਪਾਤਸ਼ਾਹ ਕਹਿ ਰਹੇ ਹੈ ਉਸਤਤ ਨਿੰਦਾ ਦੋਹੇ ਤਿਆਗੋ, ਕਹਿੰਦੇ ਦੋਵਾਂ ਨੂੰ ਤਿਆਗ ਦੇ। ਉਸਤਤ ਨਿੰਦਾ ਦੋਹੇ ਤਿਆਗੋ, ਖੋਜੋ ਪਦ ਨਰਵਾਨਾ। ਉਹ ਰਸਤਾ ਖੋਜ ਜਿਹੜਾ ਤੇਰੇ ਪਿਤਾ ਦੇ ਘਰ ਨੂੰ ਜਾਂਦਾ ਹੈ। ਇੰਨੀ ਦੇਰ ਦੇ ਵਿੱਚ ਕੀ ਦੇਏਗਾ ਜਿਹਦੀ ਤੂੰ ਵਡਿਆਈ ਕਰੀ ਜਾਂਦਾ? ਮਾਲਕ ਦੀ ਕਰਗਾ ਵਡਿਆਈ ਜਿਹੜੇ ਨੇ ਸਵਾਸ ਦਿੱਤੇ ਆ। ਇਹ ਗੱਲ ਚੱਲਦੀ ਗਈ ਉਹਨਾਂ ਗੁਰਮੁਖਾਂ ਦੇ ਨਾਲ। ਉਹਨਾਂ ਨੇ ਇਹ ਵੀ ਸਮਝਾਇਆ। ਫਿਰ ਉਹ ਗੱਲ ਕਰਦੇ ਕਰਦੇ ਪੁੱਛਿਆ, ਮੈਂ ਆਖਿਆ ਕਿ ਅਸੀਂ ਗੱਲ ਕਰ ਸਕਦੇ ਹਾਂ ਮਾਲਕ ਨਾਲ? ਕਹਿੰਦੇ ਕਰ ਸਕਦੇ ਹੋ। ਮੈਂ ਕਿਹਾ ਸੱਚ ਹੈ? ਕਹਿੰਦੇ ਸੱਚ ਹੈ। ਮੈਂ ਕਿਹਾ ਇੱਦਾਂ ਕਰੋ ਹੁਣ ਤੁਸੀਂ ਬਾਕੀ ਟੌਪਿਕ ਨੂੰ ਬੰਦ ਕਰ ਦਿਓ। ਉਹ ਕਹਿੰਦਾ ਵੀ ਕਿਉਂ, ਚੰਗੀ ਨਹੀਂ ਲੱਗੀ? ਮੈਂ ਕਿਹਾ ਚੰਗਾ ਤੇ ਲੱਗਿਆ, ਉਹ ਟੌਪਿਕ ਤੇ ਬੰਦ ਕਰ ਦਿਓ, ਅਗਲੇ ਟੌਪਿਕ ਤੇ ਚੱਲੋ। ਕਿਹੜਾ? ਮੈਂ ਆਖਿਆ ਮੈਨੂੰ ਇਹ ਦੱਸੋ, ਮੈਂ ਉਹ ਅਨਹਦ ਨਾਦ ਸੁਣ ਸਕਦਾ? ਮੈਂ ਉਹ ਅੰਮ੍ਰਿਤ ਨੂੰ ਪੀ ਸਕਦਾ? ਮੈਂ ਮਾਲਕ ਦੇ ਦਰਸ਼ਨ ਕਰ ਸਕਦਾ? ਉਹ ਗੁਰਮੁਖ ਖੁਸ਼ ਹੋਇਆ, ਖੁਸ਼ ਹੋ ਕੇ ਕਹਿਣ ਲੱਗਿਆ ਹਾਂਜੀ ਵੀਰ ਜੀ ਸਾਰਾ ਕੁਝ ਕਰ ਸਕਦੇ ਹਾਂ। ਮੈਂ ਆਖਿਆ ਹੁਣ ਇਹ ਦੱਸ ਦਿਓ ਕਿੰਨਾ ਕੁ ਸਮਾਂ ਲੱਗੇਗਾ, ਕਿੰਨਾ ਕੁ ਸਮਾਂ ਲੱਗੇਗਾ? ਉਹਨਾਂ ਨੇ ਇੱਕ ਗੱਲ ਬੜੀ ਪਿਆਰ ਦੀ ਆਖੀ, ਕਹਿੰਦੇ ਤੁਹਾਡੇ ਪਿਆਰ 'ਤੇ ਡਿਪੈਂਡ ਹੈ, ਤੁਸੀਂ ਕਿੰਨਾ ਕੁ ਪਿਆਰ ਦੇ ਵਿੱਚ ਭਿੱਜ ਕੇ ਆਵਾਜ਼ਾਂ ਮਾਰਦੇ, ਜਾਂ ਉੱਦਾਂ ਹੀ ਕਿਤੇ ਲੋਕ ਦਿਖਾਵਾ ਤਾਂ ਨਹੀਂ ਕਰੀ ਜਾਂਦੇ। ਇਹ ਤਾਂ ਤੁਹਾਡੇ ਪਿਆਰ 'ਤੇ ਹੈ, ਕਿੰਨਾ ਕੁ ਸਮਾਂ ਕਿੰਨੇ ਕੁ ਪਿਆਰ ਦੇ ਵਿੱਚ ਭਿੱਜ ਕੇ ਆਵਾਜ਼ਾਂ ਮਾਰਦੇ ਆ। ਦਾਸ ਨੇ ਸਾਰਾ ਕੁਝ ਉਹਦੇ ਮੂਹਰੇ ਸਮਰਪਣ ਕਰ ਦਿੱਤਾ ਸੀ। ਕਹਿ ਦਿੱਤਾ ਸੀ ਕਿ ਮੈਨੂੰ ਪਿਆਰ ਨਹੀਂ ਕਰਨਾ ਆਉਂਦਾ, ਮੈਨੂੰ ਨਹੀਂ ਪਿਆਰ ਬਾਰੇ ਕੁਝ ਵੀ ਪਤਾ, ਮੈਨੂੰ ਤੁਸੀਂ ਦੱਸੋ ਮੈਂ ਪਿਆਰ ਕਿੱਦਾਂ ਕਰਾਂ? ਮੈਂ ਤਾਂ ਇੱਕ ਕੰਮ ਕਰ ਸਕਦਾ, ਜਿੰਨਾ ਚਿਰ ਤੁਸੀਂ ਕਹੋਗੇ ਮੈਂ ਉਨਾ ਚਿਰ ਕੂਕਦਾ ਰਵਾਂਗਾ, ਪੁਕਾਰਦਾ ਰਵਾਂਗਾ, ਪਰ ਹੋਰ ਮੈਨੂੰ ਕੁਝ ਨਹੀਂ ਪਤਾ। ਉਹ ਕਹਿੰਦਾ ਫਿਰ ਵੀ ਮੈਨੂੰ ਕਹਿਣ ਲੱਗੇ, ਕਹਿੰਦੇ ਸਮਾਂ ਤੇ ਕੋਈ ਨਹੀਂ, ਪਰ ਫਿਰ ਵੀ ਤੁਹਾਡੇ ਮਨ ਖੜਾਉਣ ਦੇ ਲਈ ਹੈ, ਘੱਟ ਤੋਂ ਘੱਟ 6 ਮਹੀਨੇ, ਵੱਧ ਤੋਂ ਵੱਧ 1 ਸਾਲ ਮੇਰੇ ਪਿਓ ਨੂੰ ਆਵਾਜ਼ਾਂ ਮਾਰਨੀਆਂ ਪੈਣੀਆਂ ਨੇ। ਜਿਹੜਾ ਆਪਾਂ ਗੁਰਬਾਣੀ 'ਚ ਪੜ੍ਹਦੇ ਆ ਨਾ, ਜੇ ਦਰ ਮੰਗਤ ਕੂਕ ਕਰੇ ਤਾਂ ਮਹਿਲੀ ਖਸਮ ਸੁਣੈ। ਫਿਰ ਮਹਿਲਾਂ ਦੇ ਵਿੱਚ ਬੈਠਾ ਸਾਡਾ ਖਸਮ ਸਾਡੀ ਫਰਿਆਦ ਨੂੰ ਸੁਣਦਾ ਹੈ, ਸੁਣੇਗਾ, ਜ਼ਰੂਰ ਸੁਣੇਗਾ। ਦਾਸ ਨੇ ਆਖਿਆ ਕਿ ਤੁਹਾਡੇ 6 ਮਹੀਨਿਆਂ ਦੇ ਉੱਤੇ ਮੈਂ ਘਾਟੀ ਫੇਰ ਇਹ ਇੰਨੀ ਤਕਲੀਫ, ਸਰੀਰ ਅੱਧਾ ਹੈ, ਸਾਰਾ ਸਰੀਰ ਕੰਮ ਨਹੀਂ ਕਰਦਾ, ਪਰ ਜ਼ੋਰ ਇੰਨਾ ਹੈ ਕਿ ਘਰ ਰਹਿਣ ਦਾ ਸਮਾਂ ਹੀ ਨਹੀਂ ਮਿਲਦਾ। ਸੰਗਤਾਂ ਦਾ ਪਿਆਰ ਹੀ ਬਹੁਤ ਜ਼ਿਆਦਾ ਹੈ। ਹੁਣ ਵੀ ਪਰਸੋਂ ਚੌਥੇ ਦੇ ਘਰੋਂ ਨਿਕਲੇ ਹੋਏ ਆ, ਅੱਜ ਸ਼ਾਇਦ ਵਾਪਸੀ ਹੋਏਗੀ ਅਤੇ ਪਰਸੋਂ ਨੂੰ ਫਿਰ ਦਿੱਲੀ ਸਾਈਡ ਜਾਣਾ ਪਏਗਾ। ਇਸ ਕਰਕੇ ਥੋੜ੍ਹਾ ਸਰੀਰ ਨਹੀਂ ਇਜਾਜ਼ਤ ਦਿੰਦਾ, ਤਾਂ ਚੌਂਕੜਾ ਮਾਰਨਾ ਥੋੜ੍ਹਾ ਕਾਫੀ ਮੁਸ਼ਕਿਲ ਹੋ ਜਾਂਦਾ ਹੈ। ਅਤੇ ਫਿਰ ਗੁਰਮੁਖਾਂ ਦੇ ਨਾਲ ਵਿਚਾਰ ਕੀਤੀ ਕਿ ਗੁਰਮੁਖੋ ਮੈਨੂੰ ਹੁਣ ਅਗਲਾ ਖੇਲ ਦੱਸ ਦਿਓ। ਕਹਿੰਦੇ ਕੀ? ਮਹਾ ਮੈਂ ਤੁਹਾਡੇ 6 ਮਹੀਨਿਆਂ 'ਤੇ ਕਾਟੀ ਫੇਰ ਦਿੱਤੀ, ਮੈਂ 1 ਸਾਲ ਬਾਜਾਂ ਮਾਰੂੰਗਾ, ਬਸ ਮੇਰਾ ਮਿਲਾਪ ਹੋ ਜੇ, ਹੋਰ ਕੋਈ ਜੁਗਤੀ ਹੈ ਤਾਂ ਦੱਸ ਦਿਓ। ਉਹਨਾਂ ਨੇ ਇਹ ਜੁਗਤੀਆਂ ਦੱਸੀਆਂ ਸੀ। ਕਹਿੰਦੇ ਗਾਵੀਏ ਸੁਣੀਏ ਮਨ ਰੱਖੀਏ ਭਾਓ, ਜਦੋਂ ਇਹ ਜੁਗਤੀ ਅਪਣਾਉਂਗੇ ਸਾਰੇ ਦੁੱਖ ਦੂਰ ਹੋ ਜਾਣੇ ਹੈ ਅਤੇ ਸੁੱਖ ਨੂੰ ਘਰ ਲੈ ਜਾਓਗੇ। ਮੈਂ ਕਿਹਾ ਸ਼ੁਕਰ ਹੈ, ਲੱਖ ਲੱਖ ਸ਼ੁਕਰ ਹੈ ਮੇਰੇ ਮਾਲਕ ਦਾ, ਮੈਂ ਤੁਹਾਡੀ ਇਹ ਜੁਗਤੀ ਅਪਣਾਊਂਗਾ।
ਇਹ ਵਿਚਾਰ ਕਰਦੇ ਕਰਦੇ ਗੁਰਮੁਖੋ ਚਾਹ ਆਈ, ਅਸੀਂ ਚਾਹ ਪਾਣੀ ਪੀਤਾ ਤੇ ਬਾਹਰ ਘੁੰਮਣ ਚਲੇ ਗਏ। ਆ ਕੇ ਵਾਪਸ ਬਹਿ ਗਏ ਆਪਣੇ ਸਥਾਨ ਦੇ ਉੱਤੇ। ਜਿਉਂ ਮੇਰੇ ਆ ਕੇ ਸਥਾਨ ਤੇ ਵਾਪਸ ਬੈਠੇ, ਉਹ ਮੇਰਾ ਮਾਲਕ ਬੜਾ ਹੀ ਦਿਆਲੂ ਹੈ ਤੇ ਬੜਾ ਹੀ ਕਿਰਪਾਲੂ ਹੈ। ਸੱਚ ਹੈ ਗੁਰਮੁਖ ਪਿਆਰਿਓ, ਸੱਚ। ਸਿਰਫ 2 ਮਿੰਟ ਲੱਗੇ ਐ, ਆ ਕੇ ਬੈਠੇ ਆ। ਜਿਹੜੀਆਂ ਧੁਨਾਂ ਦੇ ਲਈ, ਜਿਹੜੇ ਨਾਦ ਦੇ ਲਈ ਉਹਨੇ ਸਾਲ ਤੇ 6 ਮਹੀਨੇ ਦਿੱਤੇ ਸੀ, ਉਹ ਉਸੇ ਵੇਲੇ ਚੱਲਣੇ ਸ਼ੁਰੂ ਹੋ ਗਏ। ਸਤਿ ਸ੍ਰੀ ਅਕਾਲ। ਉਹ ਨਾਦ, ਉਹ ਧੁਨਾਂ ਚੱਲਣੀਆਂ ਸ਼ੁਰੂ ਹੋ ਗਈਆਂ। ਮੈਂ ਹੈਰਾਨ, ਆ ਕੀ ਹੋਇਆ? ਆ ਮੇਰਾ ਮਾਲਕ ਇੰਨੀ ਜਲਦੀ ਤੋਂ ਉੱਠਿਆ। ਮੈਂ ਅਜੇ ਉਸ ਗੁਰਮੁਖ ਨੂੰ ਦੱਸਿਆ ਨਹੀਂ ਸੀ। ਸਿਰਫ 5-7 ਮਿੰਟ ਹੋਰ ਗੁਜ਼ਰੇ। 5-7 ਮਿੰਟਾਂ ਤੋਂ ਬਾਅਦ ਆ ਆਪਣੀ ਜੀਵਾ ਦੇ ਉੱਤੇ ਜਿਹੜਾ ਕਾਂ ਹੁੰਦਾ ਨਾ, ਇਸ ਕਾਂ ਦੇ ਵਿੱਚੋਂ ਗੁਰਮੁਖੋ ਬੂੰਦਾਂ ਜੀਵਾ 'ਤੇ ਡਿੱਗਣੀਆਂ ਸ਼ੁਰੂ ਹੋ ਗਈਆਂ ਅੰਮ੍ਰਿਤ ਦੀਆਂ, ਜਿਹਨੂੰ ਅੰਮ੍ਰਿਤ ਰਸ ਆਪਾਂ ਕਹਿ ਰਹੇ ਹਾਂ। ਇਹ ਘੁੱਟਾਂ ਭਰ ਭਰ ਕੇ ਪੀਣਾ ਹੁੰਦਾ, ਇਹ ਅੰਮ੍ਰਿਤ ਵੀ ਚੱਲ ਪਿਆ। ਜਦੋਂ ਫਿਰ 5-7 ਮਿੰਟ ਫਿਰ ਆਨੰਦ ਲਿਆ। ਆਨੰਦ ਲੈ ਕੇ ਉਹਨਾਂ ਗੁਰਮੁਖਾਂ ਦੇ ਨਾਲ ਵਿਚਾਰ ਕੀਤੀ ਕਿ ਗੁਰਮੁਖੋ, ਜਿਸ ਕੰਮ ਦੇ ਲਈ ਤੁਸੀਂ ਸਾਲ ਤੇ 6 ਮਹੀਨੇ ਕਹਿ ਰਹੇ ਸੀ ਨਾ, ਉਹ ਬਖਸ਼ਿਸ਼ ਹੋ ਗਈ, ਮੇਰੇ ਮਾਲਕ ਨੇ ਕਰ ਦਿੱਤੀ। ਉਹਨਾਂ ਨੂੰ ਬੜਾ ਚਾਅ ਚੜ੍ਹਿਆ। ਉਹਨਾਂ ਨੇ ਸ਼ਾਬਾਸ਼ੀ ਦਿੱਤੀ ਪਹਿਲਾਂ, ਫਿਰ ਘੁੱਟ ਕੇ ਜੱਫੀ ਵਿੱਚ ਪਾਇਆ ਤੇ ਫਿਰ ਉਹ ਪੈਰਾਂ ਵੱਲ ਨੂੰ ਝੁਕਣ ਲੱਗੇ। ਦਾਸ ਨੇ ਰੋਕ ਦਿੱਤਾ, ਕਹਿੰਦੇ ਨਹੀਂ, ਮੇਰਾ ਹੱਕ ਬਣਦਾ। ਇਹ ਇੰਨਾ ਸਭ ਕੁਝ ਕਹਿੰਦੇ ਮੈਂ ਕਈ ਸਾਲ ਮਿਹਨਤ ਕਰਕੇ ਫਿਰ ਪ੍ਰਾਪਤ ਕੀਤਾ ਸੀ। ਕਈ ਸਾਲ ਮਿਹਨਤ ਕਰਕੇ ਪ੍ਰਾਪਤ ਕੀਤਾ ਤੇ ਤੁਸੀਂ ਤੇ ਕੀਤਾ ਹੀ ਕੁਛ ਨਹੀਂ। ਅਜੇ ਸਟੋਰੀ ਚੱਲ ਰਹੀ ਹੈ। ਤੁਸੀਂ ਪੂਰਨ ਪਿਛਲੇ ਮਾਲਕ ਵੱਲੋਂ ਤੁਹਾਡੇ ਕੋਲੇ ਕਾਫੀ ਪੂੰਜੀ ਹੈ, ਪਿਛਲਾ ਤੁਹਾਡੇ ਕੋਲੇ ਖਜ਼ਾਨਾ ਹੈ, ਤਾਂ ਤੁਹਾਨੂੰ ਮਾਲਕ ਨੇ ਇੰਨੀ ਜਲਦੀ ਇਹ ਸਾਰਾ ਕੁਝ ਦੇ ਦਿੱਤਾ। ਗੁਰਮੁਖ ਪਿਆਰਿਓ, ਉਸ ਦਿਨ ਤੋਂ ਲੈ ਕੇ ਅਨਹਦ ਬਾਣੀ ਦਾ ਆਨੰਦ ਲੈਂਦੇ ਹਾਂ, ਅੰਮ੍ਰਿਤ ਪੀਂਦੇ ਹਾਂ। ਮੇਰਾ ਮਾਲਕ ਨਾਲ ਗੋਸ਼ਟੀ ਹੁੰਦੀ ਹੈ ਤੇ ਖਜ਼ਾਨਾ ਦੇ ਦਿੱਤਾ। ਜਾ ਪੁੱਤ ਵਰਤਾ ਜਿੰਨਾ ਵਰਤਾਇਆ ਜਾਂਦਾ ਹੈ, ਵਰਤਾ ਜਿੰਨਾ ਖਜ਼ਾਨਾ ਵਰਤਾਉਣਾ। ਸਿਰਫ ਬੈਠਣ ਦੀ ਤੇ ਪ੍ਰੋਬਲਮ ਆ ਰਹੀ ਹੈ, ਪਰ ਖਜ਼ਾਨੇ ਦੇ ਲਈ ਕੋਈ ਤਿਆਰੀ ਨਹੀਂ ਕਰਕੇ ਆਉਂਦੇ। ਇੱਥੇ 24 ਘੰਟੇ ਵੀ ਕਹੋਗੇ ਨਾ ਕਿ ਵੀਰ ਜੀ ਬੋਲੀ ਚੱਲੋ, ਤਾਂ 24 ਘੰਟੇ ਮੇਰਾ ਮਾਲਕ ਇਹ ਖਜ਼ਾਨਾ ਦਿੰਦਾ ਰਹੇਗਾ, ਦਿੰਦਾ ਰਹੇਗਾ। ਕੋਈ ਤਿਆਰੀ ਨਹੀਂ ਕਰਨੀ। ਬਸ ਐਡਾ ਮੇਰਾ ਪਿਤਾ ਕਿਰਪਾਲੂ ਹੈ, ਐਡਾ ਦਿਆਲੂ ਹੈ। ਇਸ ਕਰਕੇ ਦਾਸ ਪੁਕਾਰ ਪੁਕਾਰ ਕੇ ਕਹਿ ਰਿਹਾ ਹੈ, ਆਪਣੀ ਵਾਰੀ ਹੈ ਸਾਰਿਆਂ ਦੀ, ਆਪਾਂ ਮਿਲ ਸਕਦੇ ਹਾਂ। ਗੁਰਮੁਖ ਪਿਆਰਿਓ, ਮਿਲ ਸਕਦੇ ਹਾਂ। ਕੋਸ਼ਿਸ਼ ਕਰੋ। ਬਸ ਕੋਸ਼ਿਸ਼ ਕਰਨ ਦੇ ਲਈ ਕੁਝ ਨਿਯਮ ਉਪਰਾਲੇ ਤੇ ਕੁਝ ਪਰਹੇਜ਼। ਸਭ ਤੋਂ ਵੱਡਾ ਪਰਹੇਜ਼ ਹੈ ਨਿੰਦਿਆ ਦਾ। ਚੁਗਲੀ, ਬੈਰ, ਵਿਰੋਧ, ਈਰਖਾ। ਇਹ ਆਪਾਂ ਕਦੋਂ ਕਰਦੇ ਹਾਂ? ਜਦੋਂ ਆਪਣੇ ਆਪ ਨੂੰ ਸਿਆਣੇ ਸਮਝਦੇ ਹਾਂ, ਆਪਣੇ ਆਪ ਨੂੰ ਚੰਗੇ ਸਮਝਦੇ ਹਾਂ। ਪਰ ਮੇਰਾ ਪਿਤਾ ਕਹਿ ਰਿਹਾ ਹੈ, ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ। ਅਸੀਂ ਮੰਨੀ ਨਹੀਂ ਨਾ ਗੱਲ, ਤਾਂ ਅਸੀਂ ਨਿੰਦਾ ਚੁਗਲੀ ਕਰਨੀ ਸ਼ੁਰੂ ਕਰ ਦਿੱਤੀ। ਇਸ ਕਰਕੇ ਅਸੀਂ ਨਿੰਦਿਆ, ਚੁਗਲੀ, ਬੈਰ, ਵਿਰੋਧ ਛੱਡ ਦਿਓ। ਪਤਾ ਨਹੀਂ ਕਿੰਨੀ ਦੇਰ ਦੇ ਲਈ ਅਸੀਂ ਆਏ ਹਾਂ, ਪਤਾ ਨਹੀਂ ਸਾਡੇ ਕੋਲੇ ਕਿੰਨੇ ਸਵਾਸ ਬਾਕੀ ਹੈ ਅਜੇ। ਆਪਾਂ ਨੇ ਜਿਹੜਾ ਯੁੱਧ ਕਰਨਾ, ਲੜਨਾ, ਇੱਕ ਚੀਜ਼ ਨੂੰ ਲੈ ਕੇ ਆਪਾਂ ਪਾਸ ਹੋ ਸਕਦੇ ਹਾਂ। ਕੁਛ ਨਾ ਕਰੋ, ਸਿਰਫ ਲਾਸਟ ਸਵਾਸ ਦਾ ਇੰਤਜ਼ਾਰ ਕਰੋ। ਪਤਾ ਨਹੀਂ ਕਦੋਂ ਜਿਹੜਾ ਲਾਸਟ ਸਵਾਸ ਆਏਗਾ, ਉਸ ਵੇਲੇ ਸਾਡੇ ਮੁਖ ਚੋਂ ਨਿਕਲ ਜਾਵੇ ਵਾਹਿਗੁਰੂ, ਅੰਤ ਕਾਲ ਜੋ ਨਾਰਾਇਣ ਸਿਮਰੈ। ਬਸ ਪਤਾ ਨਹੀਂ ਪਹਿਲਾਂ ਕੀ ਕੀਤਾ ਕੀ ਨਹੀਂ ਕੀਤਾ, ਅੰਤ ਕਾਲ ਦੇ ਵਿੱਚ ਸਾਡੇ ਮੁਖ ਦੇ ਵਿੱਚ ਵਾਹਿਗੁਰੂ ਨਿਕਲ ਜਾਵੇ। ਇਹ ਤਾਂ ਨਿਕਲੇਗਾ ਗੁਰਮੁਖੋ ਜੇ ਸਾਡੀ ਆਦਤ ਬਣੀ ਹੋਏਗੀ। ਜੇ ਸਾਡੀ ਆਦਤ ਬਣੀ ਹੋਏਗੀ ਤਾਂ ਨਿਕਲੇਗਾ। ਇਸ ਕਰਕੇ ਬਸ ਹਰ ਵਕਤ ਤੁਰਦੇ ਵੀ, ਫਿਰਦੇ ਵੀ, ਉੱਠਦੇ ਵੀ, ਬਹਿੰਦੇ ਵੀ ਵਾਹਿਗੁਰੂ ਵਾਹਿਗੁਰੂ। ਇੱਕ ਨੋਟਬੁੱਕ ਲਾ ਲਓ, ਨੋਟਬੁੱਕ ਗਿਣੋ ਉਸ ਦੇ ਉੱਤੇ ਅੱਜ ਕਿੰਨਾ ਘੰਟੇ ਮੈਂ ਸਿਮਰਨ ਕੀਤਾ ਹੈ। 24,000 ਸਵਾਸ ਲੈ ਕੇ ਆਇਆ ਸੀ। ਇੱਕ ਘੰਟੇ 'ਚ 1,000 ਸਵਾਸ ਮੇਰਾ ਮਾਲਕ ਸਾਨੂੰ ਦਿੰਦਾ ਹੈ।
मैं किन्ने सवास उस दी झोली दे विच पा दिते, किन्ने मोड़ दिते मैं, ਜਿਹੜੇ नहीं मोड़े ਉਹਦੇ ਕਰਜ਼ਾਈ हो गए। ਆਪਾਂ ਇਹ ਕਰਜ਼ਾ ਤਾਰਨਾ ਪਏਗਾ ਗੁਰਮੁਖ ਪਿਆਰਿਓ। ਆਪਾਂ ਕਰਜ਼ਾਈ ਹਾਂ। ਪਾਤਸ਼ਾਹ ਕਹਿ ਰਹੇ ਹੈ ਮਨਮੁਖ ਕਰਜ਼ ਚੜਿਆ ਬਿਖ ਭਾਰੀ, ਕਹਿੰਦੇ ਭਾਰੀ ਕਰਜ਼ਾ ਚੜ ਗਿਆ। ਇਸ ਕਰਕੇ ਇਸ ਕਰਜ਼ੇ ਤੋਂ ਬਚਣਾ ਹੈ, ਨਿੰਦਿਆ ਚੁਗਲੀ ਵੈਰ ਵਿਰੋਧ ਤੋਂ ਬਚਣਾ ਹੈ। ਜਿਹੜੀ ਇਹ ਮੇਰੀ ਕਥਾ ਹੈ, ਇਹ ਕਥਾ ਤੁਹਾਨੂੰ ਗਿਆਨ ਦੇ ਸਕਦੀ ਹੈ, ਰਸਤਾ ਦਿਖਾ ਸਕਦੀ ਹੈ, ਤੁਹਾਡੇ ਅੰਦਰ ਚਾਹ ਪੈਦਾ ਕਰ ਸਕਦੀ ਹੈ ਕਿ ਮਾਲਕ ਨੂੰ ਮਿਲਣਾ ਆਪਾਂ ਨੇ। ਪਰ ਮਾਲਕ ਨੂੰ ਮਿਲਣ ਦੇ ਲਈ ਸਾਨੂੰ ਚੱਪੂ ਮਾਰਨੇ ਹੀ ਪੈਣੇ ਆ। ਭਵ ਸਾਗਰ ਨੂੰ ਪਾਰ ਕਰਨ ਦੇ ਲਈ ਸਾਨੂੰ ਚੱਪੂ ਮਾਰਨੇ ਪੈਣੇ ਹੈ, ਬੇੜੀ 'ਤੇ ਚੜ੍ਹਨਾ ਪੈਣਾ, ਉਸ ਜਹਾਜ਼ 'ਤੇ ਚੜ੍ਹਨਾ ਪੈਣਾ ਜਿਹੜੇ ਨੂੰ ਆਪਾਂ ਬੋਲਦੇ ਹਾਂ ਨਾ ਕਿ ਵਾਹਿਗੁਰੂ ਨਾਮ ਜਹਾਜ਼ ਹੈ। ਜਿਹੜਾ ਇਹ ਜਹਾਜ਼ ਹੈ ਇਹ ਕਿੱਥੋਂ ਤੱਕ ਲੈ ਕੇ ਜਾਏਗਾ? ਸਿਰੇ ਨਹੀਂ ਲਾਉਣਾ ਇਸ ਨੇ, ਇਹ ਵੀ ਯਾਦ ਰੱਖੋ। ਕਈਆਂ ਨੇ ਕਹਿ ਦੇਣਾ ਵੀ ਨਾ ਇਹ ਸਿਰੇ ਲਾ ਦੇਗਾ, ਨਹੀਂ ਲਾਉਣਾ। ਇਸ ਨੇ ਵਾਪਸ ਆ ਜਾਣਾ। ਲੋਕ ਅਤੇ ਪਰਲੋਕ ਦੀ ਜਿਹੜੀ ਬਾਉਂਡਰੀ ਹੈ ਨਾ, ਉਸ ਬਾਉਂਡਰੀ ਤੋਂ ਇਹਨੇ ਵਾਪਸ ਆ ਜਾਣਾ। ਅੱਗੇ ਕੀ ਮਿਲੇਗਾ? ਸ਼ਬਦ ਗੁਰੂ। ਅੱਗੇ ਆਪਾਂ ਨੂੰ ਉਹ ਮਿਲੇਗਾ। ਉਸ ਨੇ ਪਰਲੋਕ ਦਾ ਰਸਤਾ ਆਪਣਾ ਤੈਅ ਕਰਵਾ ਕੇ ਸਾਨੂੰ ਮਾਲਕ ਦੀ ਗੋਦ ਤੱਕ ਲੈ ਕੇ ਜਾਣਾ। ਉਹ ਜਿਹੜਾ ਸ਼ਬਦ ਗੁਰੂ ਹੈ ਉਹ ਉਸ ਦੇਸ਼ ਦਾ ਹੈ ਜਿੱਥੇ ਪੌਣ ਨਹੀਂ, ਪਾਣੀ ਨਹੀਂ, ਅਗਨੀ ਨਹੀਂ। ਜਿਹੜਾ ਵਾਹਿਗੁਰੂ ਗੁਰਮੰਤਰ ਹੈ ਇਹ ਪੌਣ, ਪਾਣੀ ਅਤੇ ਅਗਨੀ ਦੇ ਏਰੀਏ ਵਾਲਾ ਹੈ। ਇਹ ਬੋਲਣ ਦੇ ਵਿੱਚ, ਲਿਖਣ ਦੇ ਵਿੱਚ ਅਤੇ ਪੜ੍ਹਨ ਦੇ ਵਿੱਚ ਆ ਗਿਆ। ਅਤੇ ਉਹ ਸ਼ਬਦ ਹੈ ਜਿਹੜਾ ਸਾਡਾ ਗੁਰੂ ਹੈ, ਉਹ ਨਾ ਲਿਖਣ ਦੇ ਵਿੱਚ ਹੈ, ਨਾ ਬੋਲਣ ਦੇ ਵਿੱਚ ਹੈ, ਨਾ ਪੜ੍ਹਨ ਦੇ ਵਿੱਚ ਹੈ, ਨਾ ਦੇਖਣ ਦੇ ਵਿੱਚ ਹੈ। ਫਿਰ ਕੀ ਪਤਾ ਲੱਗੇਗਾ? ਨਾ ਬੋਲਣ 'ਚ ਹੈ, ਨਾ ਪੜ੍ਹਨ 'ਚ ਹੈ, ਨਾ ਦੇਖਣ 'ਚ ਹੈ, ਨਾ ਲਿਖਣ 'ਚ ਹੈ। ਕੀ ਪਤਾ ਲੱਗੇਗਾ ਫਿਰ ਕਿਹੜਾ ਗੁਰੂ ਹੈ ਸਾਡਾ, ਕਿਹੜਾ ਸ਼ਬਦ ਹੈ? ਉਹ ਸ਼ਬਦ ਨੂੰ ਗੁਰਮੁਖ ਪਿਆਰਿਓ ਆਪਾਂ ਸੁਣ ਸਕਦੇ ਹਾਂ, ਸਿਰਫ ਸੁਣ ਸਕਦੇ ਹਾਂ। ਹੁਣ ਤੁਹਾਡਾ ਇੱਕ ਸਵਾਲ ਹੋਰ ਖੜਾ ਹੋ ਜਾਣਾ ਕਿ ਵੀਰ ਜੀ ਜਦੋਂ ਕੋਈ ਬੋਲ ਹੀ ਨਹੀਂ ਸਕਦਾ ਤਾਂ ਸੁਣੇਗਾ ਕਿੱਥੋਂ? ਕਿੱਥੋਂ ਸੁਣਾਂਗੇ? ਕਿਹਦੀ ਆਵਾਜ਼ ਸੁਣਾਂਗੇ ਜਦੋਂ ਕੋਈ ਬੋਲ ਨਹੀਂ ਸਕਦਾ? ਹਾਂ, ਆਪਣੀ ਔਕਾਤ ਨਹੀਂ ਹੈ ਕਿ ਆਪਾਂ ਉਹ ਸ਼ਬਦ ਨੂੰ ਬੋਲ ਲਈਏ। ਇੱਥੇ 3 ਪ੍ਰਕਾਰ ਦੀਆਂ ਬਾਣੀਆਂ ਨੇ। ਜਿਹੜੀ ਬਾਣੀ ਹੈ ਉਹ 3 ਪ੍ਰਕਾਰ ਦੀ ਹੈ। ਜਿਹੜੀ ਆਪਾਂ ਬੋਲ ਰਹੇ ਹਾਂ ਸਾਰੇ, ਇਸ ਨੂੰ ਕਹਿੰਦੇ ਆ ਕੱਚੀ ਬਾਣੀ। ਅਤੇ ਆਪਣੇ ਉੱਪਰ ਦੀ ਕੌਣ ਹੈ? ਆਪਣੇ ਉੱਤੋਂ ਦੀ ਸਾਡੇ ਗੁਰੂ ਸਾਹਿਬਾਨ। ਉਹਨਾਂ ਦੇ ਮੁਖ ਤੋਂ ਉਚਾਰਨ ਹੋਈ ਬਾਣੀ ਨੂੰ ਕਹਿ ਦਿੱਤਾ ਗੁਰ ਬਾਣੀ। ਸਾਡੇ ਗੁਰੂ ਸਾਹਿਬਾਨ ਦੇ ਉੱਤੋਂ ਦੀ ਕੌਣ ਹੈ? ਪਰਮ ਪਿਤਾ ਪਰਮਾਤਮਾ। ਪਰਮਾਤਮਾ ਦੇ ਮੁਖ ਦੀ ਆਵਾਜ਼ ਨੂੰ ਕਹਿ ਦਿੱਤਾ ਅਨਹਦ ਬਾਣੀ। ਗੁਰ ਸ਼ਬਦ ਜਾਣੀ। ਆ ਹੈ ਉਹ ਸ਼ਬਦ, ਇਹ ਹੈ ਉਹ ਸ਼ਬਦ। ਕਹਿੰਦੇ ਜਿਹੜੀ ਅਨਹਦ ਬਾਣੀ ਹੈ ਉਹ ਸ਼ਬਦ ਹੈ। ਅਨਹਦ ਬਾਣੀ ਨੂੰ ਆਪਾਂ ਨਹੀਂ ਬੋਲ ਸਕਦੇ, ਉਹ ਮੇਰੇ ਪਿਤਾ ਦੇ ਮੁਖ ਦੀ ਆਵਾਜ਼ ਹੈ। ਮੁਖ ਦੀ ਆਵਾਜ਼। ਟੈਲੀਗ੍ਰਾਮ ਵਾਲੇ ਗੁਰਮੁਖਾਂ ਨੂੰ ਬੇਨਤੀ ਹੈ, ਹੈਂ ਪ੍ਰਬੰਧਕ ਜਣ ਆ ਮਿਊਟ ਕਰੋ। ਕਿਹੜੀ ਆਈਡੀ ਖੁੱਲੀ ਹੋਈ ਹੈ? ਪ੍ਰਬੰਧਕ ਜਨ ਸਾਰੇ ਐਡਮਿਨ ਦੇਖੋ ਕਿਹੜੀ ਆਈਡੀ ਖੁੱਲੀ ਹੈ। ਸ਼ੋ ਨਹੀਂ ਹੋ ਰਹੀ ਜੀ, ਸ਼ੋ ਨਹੀਂ ਹੋ ਰਹੀ ਆਈਡੀ। ਹਾਂ ਗੁਰੂ ਵਾਹਿਗੁਰੂ ਵਾਹਿਗੁਰੂ। ਚਲ ਠੀਕ। ਹਾਂ, ਇਹ ਤੁਸੀਂ ਦੇਖਦੇ ਹੋਵੋਗੇ ਵੀ ਕੀ ਹੈ। ਆਪਾਂ ਜਿੰਨੇ ਦੇਖ ਰਹੇ ਹਾਂ ਆਪਣੇ ਤੋਂ ਕਈ ਗੁਣਾ ਜ਼ਿਆਦਾ ਇਸ ਐਪ ਦੇ ਉੱਤੇ ਆਪਣੇ ਨਾਲ ਸੰਗਤ ਜੁੜੀ ਹੋਈ ਹੈ। ਕੋਈ ਕੈਨੇਡਾ, ਕੋਈ ਅਮਰੀਕਾ, ਕੋਈ ਦਿੱਲੀ, ਕੋਈ ਬੰਬਾ, ਕਲਕੱਤਾ, ਸਾਰਾ ਪੰਜਾਬ, ਪਤਾ ਨਹੀਂ ਕਿੱਥੋਂ ਕਿੱਥੋਂ ਗੁਰਮੁਖ ਜੁੜੇ ਹੋਏ ਆ। ਉਹ ਇਸ ਵੇਲੇ ਇਸ ਪ੍ਰੋਗਰਾਮ ਦਾ ਲਾਹਾ ਲੈ ਰਹੇ ਆ। ਅਤੇ ਇਹ ਪ੍ਰੋਗਰਾਮ ਤਕਰੀਬਨ ਦਿਨ ਦੇ ਵਿੱਚ 4 ਵਾਰ ਕਥਾ ਹੁੰਦੀ ਹੈ। 2 ਵਾਰ ਦਾਸ ਵੱਲੋਂ, 2 ਵਾਰ ਕੋਈ ਹੋਰ ਗੁਰਮੁਖ ਕਰਦਾ। ਕਈ ਵਾਰ ਦਾਸ ਵੱਲੋਂ 3 ਵਾਰ ਹੋ ਜਾਂਦੀ ਹੈ, ਜਿੱਦਾਂ ਕੋਈ ਪ੍ਰੋਗਰਾਮ ਵੀ ਹੁੰਦਾ। ਅਤੇ ਉਸ ਤੋਂ ਇਲਾਵਾ 24 ਘੰਟੇ ਸਿਮਰਨ ਚੱਲਦਾ ਰਹਿੰਦਾ। 24 ਘੰਟੇ ਸਿਮਰਨ ਚੱਲਦਾ। ਹਫ਼ਤੇ ਦੇ ਵਿੱਚ 2 ਵਾਰ
ਸਵਾਲ ਤੇ ਜਵਾਬ ਦੀ ਕਲਾਸ ਵੀ ਲੱਗਦੀ ਹੈ। ਕਈ ਗੁਰਮੁਖਾਂ ਨੂੰ ਨਾਮ ਜਪਦੇ ਜਪਦੇ ਕੁਝ ਪ੍ਰੋਬਲਮਾਂ ਆ ਜਾਂਦੀਆਂ ਨੇ, ਕਈਆਂ ਨੂੰ ਨਾਮ ਜਪਦੇ ਜਪਦੇ ਕੁਝ ਖੁਸ਼ੀ ਮਹਿਸੂਸ ਹੁੰਦੀ ਹੈ, ਫਿਰ ਸੰਗਤ ਉੱਦਾਂ ਦੇ ਵਿਚਾਰ ਸਾਂਝੇ ਕਰ ਲੈਂਦੀ ਹੈ। ਉਹ 2 ਦਿਨ ਰੱਖੇ ਹੋਏ ਆ। ਜੇ ਤੁਹਾਨੂੰ ਵੀ ਇਹ ਵਿਚਾਰ ਚੰਗੇ ਲੱਗੇ ਹੋਣ, ਤੁਸੀਂ ਵੀ ਗਰੁੱਪ ਦੇ ਨਾਲ ਜੁੜ ਸਕਦੇ ਹੋ। ਗਰੁੱਪ ਦੇ ਨਾਲ ਜੁੜ ਕੇ ਹੋਰ ਲਾਹਾ ਲੈ ਸਕਦੇ ਹੋ, ਗਿਆਨ ਲੈ ਸਕਦੇ ਹੋ, ਸਿਮਰਨ ਕਰ ਸਕਦੇ ਹੋ। ਸਿਮਰਨ ਤੋਂ ਬਗੈਰ ਤੇ ਸਾਡਾ ਛੁਟਕਾਰਾ ਨਹੀਂ ਹੋਣਾ। ਗੁਰਮੁਖ ਪਿਆਰਿਓ, ਸੱਚ ਕਹਿ ਦਿੱਤਾ ਮੇਰੇ ਭਗਤ ਨੇ। ਕੀ ਕਹਿ ਦਿੱਤਾ? ਪਾਤਸ਼ਾਹ ਕਹਿੰਦੇ ਨਾ ਹੋਰ ਕੁਝ ਵੀ ਮਨ ਕਰ ਲਈਏ, ਆਪਾਂ ਨੂੰ ਮੰਨਣਾ ਨਹੀਂ ਹੈ। ਮੰਨਣਾ ਨਹੀਂ ਹੈ ਮੇਰੇ ਮਾਲਕ ਨੇ। ਗੋਬਿੰਦ ਭਜਨ ਬਿਨ ਤਿਲ ਨਹੀਂ ਮੰਨੈ। ਤਿਲ ਜਿੰਨਾ ਵੀ ਕਹਿੰਦੇ ਉਹਨੇ ਮੰਨਣਾ ਨਹੀਂ ਹੈ ਭਜਨ ਤੋਂ ਬਗੈਰ। ਭਜਨ ਬੰਦਗੀ ਜੋਦੜੀ ਆਪਾਂ ਨੂੰ ਕਰਨੀ ਪੈਣੀ ਹੈ।